ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਚਰਚਾ ਪ੍ਰੋਗਰਾਮ ਸਾਡਾ 111ਵਾਂ ਪ੍ਰੋਗਰਾਮ, ਉਸ ਦੇ ਵਿੱਚ ਮੈਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣਾ, ਅਮਰਜੀਤ ਸਿੰਘ ਸਕਰਾਮੈਂਟੋ ਤੋਂ। ਤੇ ਅੱਜ ਅਸੀਂ ਉਹੀ ਆਪਣਾ ਪੁਰਾਣਾ ਚਰਚਾ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਚੱਲ ਰਹੀ ਆ, ਕਿਸਾਨ ਅੰਦੋਲਨ, ਉਸ ਤੇ ਹੀ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇੱਕ ਅੰਨੀਆਂ ਬੋਲੀਆਂ ਸਰਕਾਰਾਂ ਕਿਤੇ ਹੋ ਰਹੇ ਅਤਿਆਚਾਰ ਨੂੰ ਦੇਖ ਨਹੀਂ ਸਕਦੀਆਂ, ਸੁਣ ਨਹੀਂ ਸਕਦੀਆਂ, ਜਾਂ ਇਹੋ ਜਿਹੇ ਗੱਲਾਂ ਜਿਹੜੀਆਂ ਕਿ ਉਹ ਸਰਕਾਰਾਂ ਨੂੰ ਮੰਨਣੀਆਂ ਚਾਹੀਦੀਆਂ ਤੇ ਉਹ ਨਹੀਂ ਮੰਨ ਰਹੀਆਂ ਤੇ ਲੋਕਾਂ ਨੂੰ ਉਹਦੇ ਲਈ ਸੰਘਰਸ਼ ਕਰਨਾ ਪੈਂਦਾ। 1 ਮਹੀਨਾ ਨਹੀਂ, 2 ਮਹੀਨੇ ਨਹੀਂ, ਅੱਜ 7 ਮਹੀਨੇ ਹੋ ਗਏ ਇਸ ਸੰਘਰਸ਼ ਨੂੰ ਚੱਲਦੇ ਹੋਏ। ਔਰ ਸਾਡੇ ਭਰਾ ਜੋ ਪੰਜਾਬ ਤੋਂ ਦਿੱਲੀ ਦੇ ਬਾਰਡਰਾਂ ਤੇ ਆ ਕੇ ਬੈਠੇ ਹੋਏ ਨੇ, 45 ਡਿਗਰੀ ਸੈਲਸੀਅਸ ਦੇ ਵਿੱਚ ਬੈਠੇ ਨੇ, ਠੰਡ ਦੇ ਵਿੱਚ ਬੈਠੇ ਨੇ, ਮੀਂਹ ਬਰਸਾਤ ਕਈ ਕੁਝ ਚੱਲ ਰਹੇ ਨੇ ਸਿਰਫ ਆਪਣੇ ਹੱਕਾਂ ਦੀ ਰਾਖੀ ਲਈ। ਕਿ ਇੱਕ ਸਰਕਾਰ ਜੋ ਇਸ ਵਕਤ ਆਪਣੇ ਭਾਰਤ ਦੀ ਸਰਕਾਰ, ਉਹਨਾਂ ਦੀ ਆਵਾਜ਼ ਜੋ ਉਹਨਾਂ ਦੀ ਗੱਲ ਆ ਉਹ ਨਹੀਂ ਮੰਨ ਰਹੀ, ਉਸ ਗੱਲ ਨੂੰ ਮਨਾਉਣ ਲਈ ਅੱਜ ਸਾਡੀ ਇਸ ਚਰਚਾ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਸਨੋਜੇ ਤੋਂ ਡਾਕਟਰ ਅਕਵਿੰਦਰ ਗਿੱਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਟਾਈਮ ਕੱਢਿਆ ਇਸ ਚਰਚਾ ਤੇ ਗੱਲ ਕਰਨ ਦੇ ਲਈ। ਤੇ ਅੱਜ ਅਸੀਂ ਇਸ ਚਰਚਾ ਦੇ 111ਵੇਂ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਤਾਂ ਜੋ ਚੰਡੀਗੜ੍ਹ ਦੇ ਵਿੱਚ ਕਿਸਾਨ ਅੰਦੋਲਨ ਦੇ ਧਰਨੇ ਦੇ ਉੱਤੇ ਜੋ ਕੁਝ ਹੋਇਆ, ਤੇ ਉਸ ਤੋਂ ਬਾਅਦ ਗੱਲ ਕਰਾਂਗੇ ਇੱਕ ਸੰਸਥਾ ਦੀ ਜਿਹੜੀ ਕਿ ਬਹੁਤ ਜ਼ਿਆਦਾ ਹੈਲਪ ਕਰ ਰਹੀ ਆ, ਜਿਹਦਾ ਨਾਂ ਸਹਾਇਤਾ ਆ, ਉਸ ਦੇ ਬਾਰੇ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਉਹ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਆ। ਫਿਰ ਆਪਾਂ ਇੱਕ ਬਹੁਤ ਵੱਡੀ ਪ੍ਰਾਪਤੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਹੋਈ ਨੂੰ ਆਪਾਂ ਉਹਦੇ ਤੇ ਗੱਲਬਾਤ ਕਰਾਂਗੇ। ਤੋ ਅੱਜ ਆਪਾਂ ਗੱਲਬਾਤ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਪਹਿਲਾਂ ਤੁਸੀਂ ਥੋੜੀ ਜਿਹੀ ਇੰਟਰੋਡਕਸ਼ਨ ਦਿਓ ਆਪਣੇ ਬਾਰੇ। ਤੁਸੀਂ ਪਹਿਲਾਂ ਵੀ ਦਿੱਤੀ ਸੀ, ਥੋੜਾ ਆਪਣੇ ਬਾਰੇ ਦੱਸੋ, ਤੁਸੀਂ ਕਿੱਥੇ ਰਹਿੰਦੇ ਆ ਔਰ ਕਿਸ ਤਰ੍ਹਾਂ ਇਸ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਆ। ਦੇਖੋ ਜੀ, ਮੈਂ ਹੇਵਰਡ ਕੈਲੀਫੋਰਨੀਆ ਦੇ ਵਿੱਚ ਹੈ ਤੇ ਮੇਰੀ ਐਸੋਸੀਏਸ਼ਨ ਜਿਹੜੀ ਹੈਗੀ ਹੈ ਇਹ ਬੇਸਿਕਲੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਨਾਲ ਸਹਾਇਤਾ ਨਾਲ ਜਾਂ 5 ਰਿਵਰਸ ਨਾਲ ਵੀ ਹੁਣ ਤਾਲੁਕ ਕੀਤਾ ਹੈਗਾ ਤੇ ਆਤਮ ਪ੍ਰਕਾਸ਼ ਇਹਨਾਂ ਨਾਲ ਹੈ। ਤੇ ਯੈਸ, ਲਾਸਟ ਇਲੈਕਸ਼ਨਾਂ 'ਚ ਆਮ ਆਦਮੀ ਪਾਰਟੀ ਦੀ ਬਹੁਤ ਮਦਦ ਕੀਤੀ ਸੀ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਕਰਪਸ਼ਨ ਫਰੀ ਜਿਹੜੀ ਪਾਰਟੀ ਹੈ ਉਹ ਇਕੱਲੀ ਇਹ ਸੀਗੀ। ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈਗਾ। ਤੇ ਮੇਰੇ ਤੋਂ ਬਾਅਦ ਮੇਰੇ ਨਾਲ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਹੈ ਉਹ ਹੈ ਕਿ ਫਾਰਮਰ ਐਜੀਟੇਸ਼ਨ ਜਿਹੜੀ ਹੈ ਉਹ ਹੋ ਰਹੀ ਹੈਗੀ ਹੈ, ਉਹ ਕਿਸ ਹਾਲਾਤਾਂ 'ਚ ਇਸ ਵੇਲੇ ਖੜੀ ਹੈ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੇ ਇਸ ਗੱਲ ਦੇ ਉੱਤੇ ਆਪਾਂ ਥੋੜਾ ਜਿਹਾ ਅੱਗੇ ਵਧਾਉਂਦੇ ਹਾਂ ਗੱਲ ਨੂੰ। ਅੱਜ ਕਿਸਾਨ ਅੰਦੋਲਨ ਨੂੰ 7 ਮਹੀਨੇ ਹੋ ਗਏ ਔਰ 8ਵਾਂ ਮਹੀਨਾ ਚੱਲ ਰਿਹਾ। ਔਰ ਮੈਂ ਤੁਹਾਨੂੰ ਇੱਕ ਡਾਕਟਰ ਸਾਹਿਬ ਸਟਾਰਟਿੰਗ ਦੇ ਵਿੱਚ ਕੁਐਸਚਨ ਕਰੂੰਗਾ, ਤੁਸੀਂ ਉਹਦਾ ਆਨਸਰ ਦਿਓ। ਕੁਐਸਚਨ ਇਹ ਆ ਕਿ ਜੇ ਕੁਐਸਚਨ ਆਵੇ ਕਿ ਅੰਗਰੇਜ਼ਾਂ ਦੀ ਸਰਕਾਰ ਵਧੀਆ ਸੀ ਕਿ ਆਪਣੀ ਅੱਜ ਬੀਜੇਪੀ ਜਿਹੜੀ ਚੱਲ ਰਹੀ ਆ ਉਹ ਵਧੀਆ ਆ, ਜੇ ਅਸੀਂ ਹੈਜੀਟੇਸ਼ਨ ਦੇਖੀਏ ਉਦੋਂ ਦਾ ਜਦੋਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੋਇਆ ਸੀ, ਔਰ ਜੇ ਆ ਦੇਖੀਏ ਅੱਜ ਚੱਲਦਾ ਹੋਇਆ, ਉਹਨਾਂ ਨੇ ਤਾਂ 9 ਮਹੀਨਿਆਂ ਦੇ ਵਿੱਚ ਇਸ ਐਜੀਟੇਸ਼ਨ ਨੂੰ ਮੰਨ ਲਿਆ ਸੀ। ਜੇ ਦੇਖਿਆ ਜਾਵੇ ਤਾਂ ਜੇ ਪੰਜਾਬ ਦੇ ਮਹੀਨੇ ਵੀ ਗਿਣੇ ਜਾਣ ਤਾਂ ਇਹ ਐਜੀਟੇਸ਼ਨ 10 ਮਹੀਨੇ ਤੋਂ ਉੱਪਰ ਟੱਪ ਚੁੱਕਾ। ਜੇ 2-3 ਮਹੀਨੇ ਆਪਾਂ ਪੰਜਾਬ ਦੇ ਵੀ ਲਾਈਏ ਬਿਫੋਰ ਦਿੱਲੀ ਤੋਂ ਪਹਿਲਾਂ। ਸੋ ਜੇ ਮੈਂ ਤੁਹਾਨੂੰ ਕੁਐਸਚਨ ਕਰਾਂ ਕਿ ਹੁਣ ਇਸ ਮਾਮਲੇ ਤੇ ਜੇ ਕੁਐਸਚਨ ਕੀਤਾ ਜਾਵੇ ਤਾਂ ਕਿਹੜੀ ਸਰਕਾਰ ਵਧੀਆ ਰਹੀ ਜਿਹਨੇ ਕਿ ਕਿਸਾਨਾਂ ਦੀ ਗੱਲ ਮੇਰਾ ਖਿਆਲ ਹੈ ਕਿ ਜਿਹੜਾ ਨਾ ਸੋਸ਼ਲ ਸਿਸਟਮ ਦਾ ਜਿਹੜਾ ਮਜ਼ਾਰ ਹੈ ਨਾ, ਜਿਹੜਾ ਮਦਾਰ ਹੈ, ਜਿੱਥੇ ਕੱਦ ਹੈ ਜਿਹੜਾ ਉਹ ਇੰਨਾ ਛੋਟਾ ਹੋ ਚੁੱਕਿਆ ਕਿ ਤੁਸੀਂ ਕੰਪੇਅਰ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਜੋ ਵਾਤਾਵਰਨ ਆਪਣੇ, ਜਿਵੇਂ ਪੰਨੂ ਸਾਹਿਬ ਨੇ ਕਿਹਾ ਸੀਗਾ ਕਿ ਜੋ ਵਾਤਾਵਰਨ ਸਾਨੂੰ ਸਾਡੇ ਮਾਂ ਪਿਓ ਨੇ ਦਿੱਤਾ ਹੈ ਉਹ ਅਸੀਂ ਆਪ ਗਾਹ ਨਹੀਂ ਛੱਡ ਕੇ ਚੱਲੇ ਤੇ ਉਹਦੇ 'ਚ ਅਸੀਂ ਜ਼ਿੰਮੇਵਾਰ ਹੈ। ਸੋ ਇਵੇਂ ਜਿਵੇਂ ਜੋ ਉਹਨਾਂ ਜ਼ਮਾਨਿਆਂ 'ਚ ਜੋ ਗੌਰਮੈਂਟ, ਅੰਗਰੇਜ਼ ਗੌਰਮੈਂਟ ਨੇ ਕੀਤਾ, ਉਹ ਕਹਿ ਲਓ ਕਿ ਇਸ ਗੌਰਮੈਂਟ ਨਾਲ ਕੋਈ ਕੰਪੈਰੀਜ਼ਨ ਹੀ ਹੈ ਨਹੀਂ। ਇੰਨੀ ਨਿਕਲ ਚੁੱਕੀ ਹੈ ਜਿਹੜੀ ਆਪਣਾ ਪੋਲਿਟਿਕਸ ਹੈ, ਜਿਹੜੇ ਹਾਲਾਤ ਹੈ, ਜਿਹੜੀ ਜਿਸ ਹਿਸਾਬ ਨਾਲ ਤੁਸੀਂ ਲੋ ਲੈਵਲ ਦੇ ਉੱਤੇ ਗਿਰ ਚੁੱਕੇ ਹੈ। ਜੇ ਉਦੋਂ ਹਾਈ ਲੈਵਲ ਦੇ ਉੱਤੇ ਕਰਪਸ਼ਨ ਸੀ ਜਾਂ ਹਾਈ ਲੈਵਲ ਦੇ ਉੱਤੇ, ਉਹ ਵੀ ਮੇਰੇ ਖਿਆਲ ਨਾਲ ਕਿ ਮੈਂ ਉਹਨੂੰ ਕਰਪਸ਼ਨ ਕਹਿ ਸਕਾਂ, ਮੈਨੂੰ ਇਹੀ ਸੀ ਕਿ ਸਾਡੇ ਸਿਰ ਦੇ ਉੱਤੇ ਚਿੱਟਾ ਬੈਠਾ ਤੇ ਅਸੀਂ ਉਸ ਨੂੰ ਆਬਜੈਕਟ ਸੀ ਕਿ ਸਾਨੂੰ ਫ੍ਰੀ ਕਰੋ, ਸ਼ਾਇਦ ਅਸੀਂ ਵੀ ਇਹੋ ਜਿਹਾ ਸਿਸਟਮ
ਲਿਆ ਸਕਦੇ ਹਾਂ। ਪਰ ਸਾਡੀ ਬਦਕਿਸਮਤੀ ਕਿ ਜਿਹੜੇ ਸਿਸਟਮ ਲਿਆਉਣ ਵਾਲੇ ਸੀਗੇ ਉਹਨਾਂ ਨੇ ਆਪਦੇ ਪਰਸਨਲ ਬੈਨੀਫਿਟ ਜਿਹੜੇ ਆ ਮੂਹਰੇ ਰੱਖੇ ਤੇ ਦੇਸ਼ ਦੇ ਬੈਨੀਫਿਟ ਜਿਹੜੇ ਆ ਉਹ ਅੱਖੋਂ ਪਰੋਖੇ ਕਰਦੇ। ਜੋ ਡਿਵੈਲਪਮੈਂਟ ਇੱਕ ਅੰਗਰੇਜ਼ ਕਰ ਗਿਆ ਅਸੀਂ ਉੱਥੇ ਹੀ ਬੈਠੇ ਹਾਂ, ਉਹਨੂੰ ਅਸੀਂ ਗਾਹ ਨਹੀਂ ਲਿਜਾ ਸਕੇ ਕਿਉਂਕਿ ਸਾਡੇ ਆਪ ਦੇ ਬੰਦਿਆਂ ਨੇ ਸਾਡੇ ਆਪ ਦੇ ਦੇਸ਼ ਨੂੰ ਜਿਹੜਾ ਉਹ ਬੇਸਿਕਲੀ ਖਾ ਚੁੱਕੇ ਹੈਗੇ ਆ। ਦੇਖੋ ਤੁਸੀਂ ਵੀ ਬਾਹਰ ਬੈਠੇ ਆ, ਮੈਂ ਵੀ ਬਾਹਰ ਬੈਠਾ, ਤੁਹਾਨੂੰ ਤੇ ਮੈਨੂੰ ਬਾਹਰ ਆਉਣ ਦੀ ਲੋੜ ਨਹੀਂ ਸੀ ਜੇ ਸਾਨੂੰ ਉੱਥੇ ਇਹੋ ਜਿਹਾ ਸਿਸਟਮ ਦਿੱਤਾ ਹੁੰਦਾ। ਕਿਹਦਾ ਜੀ ਕਰਦਾ ਆਪਦਾ ਦੇਸ਼ ਛੱਡ ਕੇ ਦੂਜੇ ਦੇਸ਼ ਦੇ ਵਿੱਚ ਜਾਣਾ? ਜੇ ਆਪਣੀ ਕੋਈ ਮਜਬੂਰੀ ਸੀ ਤਾਂ ਆਪਾਂ ਦੋਵੇਂ ਅੱਜ ਬਾਹਰ ਬੈਠੇ ਆ। ਜੇ ਸਾਡੀ ਮਜਬੂਰੀ ਨਾ ਹੁੰਦੀ ਤੇ ਅਸੀਂ ਉੱਥੇ ਹੁੰਦੇ ਤੇ ਸਾਨੂੰ ਇਹੋ ਜਿਹਾ ਸਿਸਟਮ ਉੱਥੇ ਦਿੱਤਾ ਹੁੰਦਾ ਤਾਂ ਸਾਨੂੰ ਇੱਥੇ ਧੱਕੇ ਖਾਣ ਦੀ ਲੋੜ ਨਹੀਂ ਸੀ। ਬੇਸਿਕਲੀ ਅਸੀਂ ਧੱਕੇ ਖਾ ਕੇ ਹੀ ਆਪਦੀ ਕੋਸ਼ਿਸ਼ ਕੀਤੀ ਹੈ ਸੈੱਟ ਹੋਣ ਦੀ ਤੇ ਕਰ ਰਹੇ ਹਾਂ। ਸੋ ਇਸ ਕਰਕੇ ਇਹਦਾ ਸਿੱਧਾ ਜਿਹਾ ਆਨਸਰ ਇਹੀ ਹੈ ਜੋ ਤੁਸੀਂ ਕੁਐਸਚਨ ਕੀਤਾ। ਡੈਫੀਨੇਟਲੀ ਉਹ ਸਰਕਾਰਾਂ ਬਿਹਤਰ ਸੀ। ਜੇ ਉਹ ਸਰਕਾਰਾਂ ਦਾ ਸਿਸਟਮ ਬਿਹਤਰ ਸੀ ਤਾਂ ਅਸੀਂ ਬਾਹਰ ਆ ਕੇ ਬੈਠੇ ਜੀ। ਬਹੁਤ ਵਧੀਆ ਤੁਸੀਂ ਤਰੀਕੇ ਦੇ ਨਾਲ ਐਕਸਪਲੇਨ ਕੀਤਾ। ਤੇ ਡਾਕਟਰ ਸਾਹਿਬ ਜਿਹੜਾ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦਾ ਧਰਨਾ ਹੋਇਆ ਉਹਦੇ ਬਾਰੇ ਵੀ ਬੜੀ ਚਰਚਾ ਚੱਲ ਰਹੀ ਆ, ਉਸ ਨੂੰ ਥੋੜਾ ਸੰਖੇਪ ਚ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰਿਓ। ਤੇ ਮੈਂ ਸਰੋਤਿਆਂ ਅੱਗੇ ਵੀ ਰਿਕੁਐਸਟ ਕਰਦਾ ਕਿ ਸਾਡੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਸਾਡੀ ਇਹ ਆਵਾਜ਼ ਪਹੁੰਚ ਸਕੇ। ਜੀ ਡਾਕਟਰ ਸਾਹਿਬ। ਹਾਂਜੀ, ਇਹ ਜਿਹੜਾ ਜਦੋਂ 7 ਮਹੀਨੇ ਪੂਰੇ ਹੋ ਗਏ ਤੇ ਖੇਤੀ ਬਚਾਓ ਲੋਕਤੰਤਰ ਬਚਾਓ ਇਸ ਦਿਵਸ ਦੇ ਉੱਤੇ ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਨੇ ਇੱਕ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤਾ। ਕਿਸਾਨ ਸ਼ਾਂਤੀਪੂਰਵਕ ਰਾਜ ਭਵਨ ਨੂੰ ਵਿੱਚ ਮੈਮੋਰੈਂਡਮ ਦੇਣ ਲਈ ਜਾ ਰਹੇ ਸੀ, ਜਿਨ੍ਹਾਂ ਨੂੰ ਕਿ ਚੰਡੀਗੜ੍ਹ ਪੁਲਿਸ ਨੇ ਰੋਕਿਆ ਤੇ ਉਹਨਾਂ ਦੇ ਜਲ ਤੋਪਾਂ ਚਲਾਈਆਂ, ਲਾਠੀਚਾਰਜ ਵੀ ਕੀਤਾ। ਦੇਖੋ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ। ਇੱਕ ਸ਼ਾਂਤੀਪੂਰਵ ਜਿਹੜਾ ਰੋਸ ਮਾਰਚ ਹੈ ਨਾ, ਇਹ ਇੱਕ ਡੈਮੋਕ੍ਰੈਟਿਕ ਲੋਕ ਰਾਜ ਦਾ ਜਿਹੜਾ ਉਹ ਨੀਂਹ ਪੱਥਰ ਹੈ। ਜੇ ਤੁਸੀਂ ਇਹ ਲੋਕ ਰਾਜ ਇਹ ਜਿਹੜਾ ਸ਼ੋਅ ਕਰਦਾ ਕਿ ਕਿਵੇਂ ਚੰਡੀਗੜ੍ਹ ਪੁਲਿਸ ਨੇ ਪਾਣੀ ਵਰਸਾਇਆ, ਫਿਰ ਉਹਨਾਂ ਨੇ ਲਾਠੀਚਾਰਜ ਕੀਤਾ, ਫਿਰ ਉਹਨਾਂ ਨੇ ਗ੍ਰਿਫਤਾਰ ਕੀਤਾ, ਜਿਹਦੇ ਲਈ ਜਿਹੜੀਆਂ ਕਿਸਾਨ ਆਰਗੇਨਾਈਜੇਸ਼ਨ ਹੈ, ਕਿਸਾਨ ਮੋਰਚਾ ਅੰਬਰੇਲਾ ਬੋਡੀ ਹੈਗੀ ਹੈ, ਸੰਯੁਕਤ SKM ਵੀ ਕਹਿ ਦਿੰਦੇ ਆ, ਉਹ ਫਾਈਟ ਕਰ ਰਹੀ ਹੈਗੀ ਹੈ ਇਹਨੂੰ ਉਹਨਾਂ ਨੂੰ ਕੀ ਰਿਲੀਜ਼ ਕੀਤਾ ਜਾਵੇ। ਤੇ ਇਹ ਇੱਕ ਅਸਫਲਤਾ ਹੈ ਲੋਕ ਰਾਜ ਦੀ ਤੇ ਅਨਡਿਕਲੇਅਰਡ ਇੱਕ ਐਮਰਜੈਂਸੀ ਹੈ ਜਿਹਨੂੰ ਕਿ ਜਿਹੜਾ ਕਿ ਸਰਕਾਰ ਦਾ ਕਹਿ ਲਓ ਕਿ ਕਮਜ਼ੋਰ ਹੋਣਾ ਜਿਹੜਾ ਉਹ ਦਰਸਾ ਰਹੀ ਹੈਗੀ ਹੈ। ਤੇ ਬਾਕੀ ਜੇ ਦੇਖਿਆ ਜਾਵੇ ਹੁਣ ਇਹ ਕਿਸਾਨਾਂ ਦੀ ਤਾਂ ਇੱਕੋ ਹੀ ਮੰਗ ਹੈ ਕਿ ਕਾਲੇ ਕਾਨੂੰਨ ਵਾਪਸ ਲੈ ਲਓ ਤੇ ਆਪਾਂ ਘਰੇ ਚਲੇ ਜਾਂਦੇ ਹਾਂ। ਇਦੋਂ ਬਿਨਾਂ ਤਾਂ ਕੋਈ ਹੋਰ ਡਿਮਾਂਡ ਹੀ ਹੈ ਨਹੀਂ। ਸੋ ਨੰਬਰ 2 ਦੇ ਉੱਤੇ ਹੁਣ ਤੁਸੀਂ ਦੇਖੋ ਕਿ ਕਿੰਨੇ ਕਰੋੜ ਜਿਹੜਾ ਹੈ ਲੱਖ ਕਹਿ ਲਓ, ਚਲੋ ਮੈਂ ਕੰਜ਼ਰਵੇਟਿਵ ਤਰੀਕੇ ਨਾਲ ਜਾ ਰਿਹਾ ਹੈਗਾ, ਕਿੰਨੇ ਲੱਖ ਲੋਕੀ ਜਿਹੜੇ ਆ ਕਰੋਨਾ ਨਾਲ ਮਰ ਗਏ। ਇਵੇਂ ਜਿਵੇਂ ਚੱਕਰਵਾਤੀ ਜਿਹੜਾ ਤੂਫਾਨ ਆਇਆ ਉਹਨੇ ਇੰਨਾ ਕਹਿਰ ਪਾਇਆ। ਸੋ 2 ਚੀਜ਼ਾਂ ਜਿਹੜੀਆਂ ਤੂਫਾਨ ਨੇ ਤੇ ਕਰੋਨਾ ਨੇ ਟੋਟਲੀ ਜਿਹੜੀ ਹੈ ਹਰੇਕ ਆਮ ਬੰਦੇ ਦਾ ਜਿਹੜਾ ਜਿਉਣਾ ਜਿਹੜਾ ਉਹ ਦੁੱਭਰ ਕਰਤਾ। ਸੋ ਪਰ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਕਿਸਾਨ ਤਰਪਾਲਾਂ ਦੇ ਥੱਲੇ ਇੱਥੇ ਪੱਕੇ ਇਰਾਦੇ ਦੇ ਨਾਲ ਬਾਰਡਰਾਂ ਦੇ ਉੱਤੇ ਬੈਠੇ ਆ ਤੇ ਸੰਘਰਸ਼ ਕਰ ਰਹੇ ਹੈਗੇ ਆ ਤੇ ਇੱਕੋ ਹੀ ਚੀਜ਼ ਮੰਗ ਰਹੇ ਆ ਕਿ ਜਿਹੜੀਆਂ ਕਾਰਪੋਰੇਸ਼ਨਾਂ ਹੈਗੀਆਂ ਇਹਨਾਂ ਦੇ ਹੱਥ ਜਿਹੜੀ ਹੈਗੀ ਹੈ ਸਾਨੂੰ ਨਾ ਦਿਓ, ਇਹਨਾਂ ਨਾਲ ਅਸੀਂ ਹੋਰ ਵੀ ਗਰੀਬ ਹੋਵਾਂਗੇ। ਤੇ ਬਾਕੀ ਜੋ ਸਰਕਾਰਾਂ ਕਰ ਰਹੀਆਂ ਹੈਗੀਆਂ, ਜਿਵੇਂ ਉਹ ਟਵਿੱਟਰ ਅਕਾਊਂਟ ਜਿਹੜੇ 300 ਦੇ ਕਰੀਬ ਟਵਿੱਟਰ ਅਕਾਊਂਟ ਜਿਹੜੇ ਆ ਇਹਨਾਂ ਨੇ ਫਾਰਮਰ ਐਜੂਕੇਸ਼ਨ ਨਾਲ ਰਿਲੇਟਡ ਸੀਗੇ, ਉਹਨਾਂ ਨੂੰ ਬੰਦ ਕੀਤਾ ਹੈ। ਉਹਨਾਂ ਦੇ ਜੋ ਐਕਟਿਵਿਸਟ ਸੀਗੇ, ਜਿਵੇਂ ਉਹ ਕਾਰਵਾ ਮੈਗਜ਼ੀਨ ਹੈਗਾ ਤੇ ਜਿਵੇਂ ਮਿਨਿਸਟਰੀ ਆਫ ਇਨਫੋਰਮੇਸ਼ਨ ਨੇ ਜਿਹੜਾ ਕੰਵਰ ਸੰਧੂ ਦੇ ਜਿਹੜੇ ਜਾਂ ਹਿੰਮਤ ਦੇ ਜਿਹੜੇ ਗਾਣੇ ਸੀ ਹਿੰਮਤ ਸੰਧੂ ਦੇ, ਉਹਨਾਂ ਤੇ ਰੋਕ ਲਾਈ, ਉਹਨਾਂ ਤੇ ਹਰੇਕ ਐਡੀਸ਼ਨਾਂ ਪਾਈਆਂ। ਹੁਣ ਟਵਿੱਟਰ ਨਾਲ ਇੰਨੀ ਲੜਾਈ ਚੱਲ ਰਹੀ ਹੈਗੀ ਹੈ ਜਿਹੜੀ ਕਿ ਕੋਈ ਛੁਪੀ ਹੋਈ ਨਹੀਂ ਕਿ ਉਹਨਾਂ ਨੂੰ ਬੁਲਾ ਕੇ ਉੱਥੇ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਉਹ ਉਹਨਾਂ ਦੇ ਕਹੇ ਦੇ ਇਸ਼ਾਰੇ ਤੇ ਚੱਲਣ, ਨਾ ਕਿ ਇੰਡੀਪੈਂਡੈਂਟ ਥਾਟ ਪ੍ਰੋਸੈਸ ਜਿਹੜਾ ਕਿ ਆਮ ਨਾਗਰਿਕ ਜਿਹੜਾ ਉਹ
ਐਕਸਪ੍ਰੈਸ ਕਰਦਾ ਆਪਦੇ ਆਪ ਨੂੰ ਟਵਿੱਟਰ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਮੀਡੀਆ ਤਾਂ ਵਿਕ ਚੁੱਕਿਆ, ਸਾਰਿਆਂ ਨੂੰ ਪਤਾ, ਇਹ ਰਿਪੀਟ ਕਰਨ ਦਾ ਕੋਈ ਫਾਇਦਾ ਨਹੀਂ। ਇੱਕੋ ਹੀ ਸਾਡੇ ਕੋਲੇ ਅਲਟਰਨੇਟਿਵ ਹੈਗਾ, ਜਿਹੜੇ ਸੋਸ਼ਲ ਮੀਡੀਆ ਹੈਗੇ ਆ, ਫੇਸਬੁੱਕ ਹੈਗਾ ਜਾਂ ਫਿਰ ਜਿਹੜਾ ਟਵਿੱਟਰ ਹੈਗਾ, ਉੱਥੇ ਅਸੀਂ ਆਪਦੇ ਆਪ ਨੂੰ ਐਕਸਪ੍ਰੈਸ ਕਰ ਸਕੀਏ। ਪਰ ਗੌਰਮੈਂਟ ਦੀ ਇਹ ਜ਼ੋਰ ਲੱਗਿਆ ਹੋਇਆ ਹੈ ਕਿ ਇਸ ਨੂੰ ਵੀ ਦਬਾ ਦਿੱਤਾ ਜਾਵੇ। ਸੋ ਉਹ ਟਵਿੱਟਰ ਦੇ ਮਗਰ ਪਏ ਹੋਏ ਆ, ਫੇਸਬੁੱਕ ਦੇ ਮਗਰ ਪਏ ਹੋਏ ਆ, ਵਟਸਐਪ ਦੇ ਮਗਰ ਪਏ ਹੋਏ ਆ। ਸੋ ਇਹਨਾਂ ਸਾਰਿਆਂ ਦੇ ਬਾਵਜੂਦ ਵੀ ਸਾਰੀ ਦੁਨੀਆ ਜਾਣਦੀ ਹੈ ਕਿ ਭਾਵੇਂ ਉਹ ਕੋਵਿਡ ਦਾ ਬਹਾਨਾ ਲੈ ਕੇ ਉਹਦੀ ਮਿਸਮੈਨੇਜਮੈਂਟ ਜਿਹੜੀ ਹੈ ਕੋਵਿਡ ਦੀ, ਉਹਨਾਂ ਨੂੰ, ਕਿਸਾਨਾਂ ਨੂੰ ਦੋਸ਼ੀ ਠਹਿਰਾ ਰਹੀ ਹੈ। ਪਰ ਇਹਦੇ ਬਾਵਜੂਦ ਹੁਣ ਬੱਚੇ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਕੋਵਿਡ ਦਾ ਹਾਲ ਇਹ ਬੀਜੇਪੀ ਗੌਰਮੈਂਟ ਨੇ ਕੀਤਾ ਹੈ, ਉਹਦੇ ਚ ਕੁੰਭ ਦਾ ਮੇਲਾ, ਰਾਜਸੀ ਇਲੈਕਸ਼ਨ, ਸਤਾ ਹਾਸਲ ਕਰਨੀ, ਕਿਵੇਂ ਲੋਕਾਂ ਨੂੰ ਇਹਨਾਂ ਨੇ ਵੱਡੀਆਂ ਵੱਡੀਆਂ ਰੈਲੀਆਂ ਕਰਕੇ, ਇਕੱਠ ਕਰਕੇ, ਪੈਸੇ ਦੇ ਕੇ ਉੱਥੇ ਲਿਆਂਦਾ ਤੇ ਕਰੋਨਾ ਜਿਹੜੀ ਹੈ ਸਪਰੈਡ ਕੀਤੀ। ਜਿਸ ਦੀ ਗੱਲ ਕਰੀਏ ਤਾਂ ਰੋਣਾ ਆਉਂਦਾ ਕਿ ਕੀ ਹਾਲਾਤ ਕਰਤਾ। ਉਹ ਕਹਿੰਦੇ ਹੁੰਦੇ ਆ ਕਿ ਤੈਨੂੰ ਮਰੇ ਨੂੰ ਵੀ ਨਾ ਕੋਈ ਸਾਂਭੇ, ਉਹ ਚੀਜ਼ ਇਹਨਾਂ ਨੇ ਕਰਤਾ ਕਿ ਇਹ ਇੱਥੋਂ ਤੱਕ ਹਾਲਾਤ ਇਹਨਾਂ ਨੇ ਪਹੁੰਚਾਤੇ। ਸੋ ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡੀ ਗੱਲ ਸਹੀ ਆ। ਜੋ ਅੱਜ ਦੇਖੋ, ਮੈਂ ਇਸ ਚੀਜ਼ ਨਾਲ ਬਿਲਕੁਲ ਸਹਿਮਤ ਹਾਂ। ਜੇ ਕੋਈ ਸ਼ਾਂਤਮਈ ਅੰਦੋਲਨ ਚੱਲ ਰਿਹਾ, ਉਹਦੇ ਤੇ ਲਾਠੀ ਚਾਰਜ ਨਹੀਂ ਹੋਣਾ ਚਾਹੀਦਾ, ਨਾ ਉਹਦੇ ਤੇ ਕੋਈ ਅਤਿਆਚਾਰ ਹੋਣਾ ਚਾਹੀਦਾ। ਉਹ ਆਪਣਾ ਇੱਕ ਤਰੀਕਾ ਆ, ਇੱਕ ਡੈਮੋਕ੍ਰੇਸੀ ਦਾ, ਕਿ ਤੁਸੀਂ ਆਪਣੇ ਤਰੀਕੇ ਦੇ ਨਾਲ ਡੈਮੋਕ੍ਰੇਸੀ ਦੇ ਵਿੱਚ ਆਪਣੇ ਹੱਕਾਂ ਲਈ ਲੜ ਸਕਦੇ ਆ। ਪਰ ਤੁਸੀਂ ਡਾਕਟਰ ਸਾਹਿਬ, ਕਿੰਨੀ ਹੈਰਾਨਗੀ ਵਾਲੀ ਗੱਲ ਆ ਵੀ ਉਹਨਾਂ ਜਿਹੜੇ ਪੁਲਿਸ ਵਾਲੇ ਲਾਠੀਚਾਰਜ ਕਰਦੇ ਹੋਣਗੇ, ਉਹ ਵੀ ਤਾਂ ਉਹੀ ਕਿਸਾਨ ਦਾ ਅੰਨ ਖਾਂਦੇ ਨੇ। ਉਹ ਚਾਹੇ ਡਿਊਟੀ ਦੇ ਰਹੇ ਨੇ, ਪਰ ਇੱਕ ਅੰਦਰੋਂ ਤਾਂ ਉਹਨਾਂ ਦੇ ਅੰਦਰੋਂ ਇਹ ਤਾਂ ਆਵਾਜ਼ ਇੱਕ ਆਉਣੀ ਚਾਹੀਦੀ ਹੈ ਕਿ ਅਸੀਂ ਕਿਹਨਾਂ ਤੇ ਲਾਠੀਚਾਰਜ ਕਰ ਰਹੇ ਹਾਂ, ਜਿਹੜੇ ਕਿ ਸਾਡੇ ਬੱਚਿਆਂ ਦੇ ਭਵਿੱਖ ਲਈ ਲੜ ਰਹੇ ਨੇ ਜਾਂ ਸਾਡੇ ਭਵਿੱਖ ਦੀ ਰੋਟੀ ਲਈ ਲੜ ਰਹੇ ਨੇ। ਥੋੜਾ ਜਿਹਾ ਸੋਚਣ ਦੀ ਲੋੜ ਆ। ਜਿਹੜੇ ਪੁਲਿਸ ਵਿੱਚ ਵੀ ਨੇ, ਜਿਹੜੇ ਲਾਠੀਚਾਰਜ ਵੀ ਕਰਦੇ ਨੇ, ਚਾਹੇ ਉਹ ਦੇਖੋ, ਇੱਕ ਕਿਸਾਨ ਆਪਣਾ ਸਾਰਾ ਕੁਝ ਛੱਡ ਕੇ ਸਿੰਘੂ ਬਾਰਡਰ ਤੇ ਬੈਠਾ, ਜੇ ਤੁਸੀਂ ਪੁਲਿਸ ਵਾਲੇ ਥੋੜੀ ਜਿਹੀ ਡਿਊਟੀ ਛੱਡ ਕੇ ਥੋੜਾ ਜਿਹਾ ਆਪਣੇ ਆਪ ਨੂੰ ਸੋਚੋ ਵੀ ਅਸੀਂ ਇਹਨਾਂ ਦੇ ਲਾਠੀਚਾਰਜ ਨਹੀਂ ਕਰਨਾ, ਹਾਂ ਆਪਣੀ ਡਿਊਟੀ ਨਿਭਾਓ, ਤੁਸੀਂ ਖੜੇ ਹੋ ਜਾਓ ਸਾਈਡ ਦੇ ਉੱਤੇ, ਤੇ ਪਰ ਤੁਸੀਂ ਉਹਨਾਂ ਨੂੰ ਆਪਣਾ ਸ਼ਾਂਤਮਈ ਅੰਦੋਲਨ ਕਰਨ ਦਿਓ। ਸਰਕਾਰ ਕਿਸੇ ਤੱਕ ਡਿੱਗ ਸਕਦੀ ਆ, ਇਹਦਾ ਸਬੂਤ ਸਾਨੂੰ ਮਿਲ ਰਿਹਾ ਜੀ। ਡਾਕਟਰ ਸਾਹਿਬ, ਆਪਾਂ ਹੁਣ ਗੱਲ ਕਰਦੇ ਹਾਂ ਸਹਾਇਤਾ ਦੀ। ਇੱਕ ਬਹੁਤ ਵਧੀਆ ਸੰਸਥਾ ਜਿਹੜੀ ਕਿ 2000 ਦੇ ਵਿੱਚ ਸ਼ੁਰੂ ਕੀਤੀ ਡਾਕਟਰ ਸੰਧੂ ਜੀ ਨੇ ਆਪਣੇ ਸਨੋਜ਼ੇ ਦੇ ਵਿੱਚ, ਔਰ ਕਾਫੀ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੀ ਆ। ਔਰ ਮੈਂ ਵੀ ਇਸ ਸੰਸਥਾ ਦਾ ਮਾਣ ਕਰਦਾ ਕਿ ਮੈਂ ਮੈਂਬਰ ਆ, ਜਾਂ ਉਹਨਾਂ ਦੀ ਹੈਲਪ ਨਾਲ, ਉਹਨਾਂ ਦੇ ਨਾਲ ਆਪਾਂ ਹੋ ਕੇ ਲੋਕਾਂ ਦੀ ਹੈਲਪ ਕਰਦੇ ਆ। ਸੋ ਇਹ ਇੱਕ ਪ੍ਰਾਊਡ ਆ ਉਸ ਸੰਸਥਾ ਦੇ ਨਾਲ ਜੁੜਨ ਦਾ। ਤੇ ਉਹ ਸੰਸਥਾ ਹੁਣ ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਰੋਲ ਨਿਭਾ ਰਹੀ ਆ। ਮੈਨੂੰ ਕਿੱਥੋਂ ਤੱਕ ਥੋੜੀ ਬਹੁਤੀ ਇਨਫੋਰਮੇਸ਼ਨ ਆ, ਥੋੜਾ ਜਿਹਾ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰੋ ਕਿ ਕਿਸ ਤਰੀਕੇ ਦੇ ਨਾਲ ਇਸ ਸੰਸਥਾ ਦੇ ਥਰੂ ਅਸੀਂ ਕਿਸਾਨ ਅੰਦੋਲਨ ਦੀ ਹੈਲਪ ਕਰ ਸਕਦੇ ਹਾਂ। ਦੇਖੋ, ਕਿਸਾਨ ਅੰਦੋਲਨ ਦੇ ਵਿੱਚ 500 ਤੋਂ ਵੱਧ ਕਿਸਾਨ ਜਿਹੜੇ ਆ ਉਹ ਜਾਨਾਂ ਗਵਾ ਚੁੱਕੇ ਆ, ਸ਼ਹੀਦ ਹੋ ਚੁੱਕੇ ਆ। ਦੇਖੋ, ਇਹ ਬੀਜੇਪੀ ਦੇ ਜਿਹੜੀ ਨਿਰਦਈ ਕਹਿ ਲਓ, ਜਿਨ੍ਹਾਂ ਨੂੰ ਸਿਰਫ ਲਾਲਸਾ ਜਿਹੜੀ ਹੈ ਉਹ ਪਾਵਰ ਦੀ ਹੈ, ਉਹ ਇਹ ਕਹਿੰਦੇ ਵੀ ਜੇ ਘਰੇ ਹੁੰਦੇ ਤਾਂ ਵੀ ਇਹਨਾਂ ਨੇ ਹਾਰਟ ਅਟੈਕ ਆ ਜਾਣਾ ਸੀ, ਜਿਹੜੀ ਕਿ ਐਬਸੋਲੂਟਲੀ ਨਾਨ ਸਾਇੰਟੀਫਿਕ ਵੇ ਆਫ ਸੇਇੰਗ ਹੈ ਕਿ ਇਹਨਾਂ ਨੇ ਤਾਂ ਮਰਨਾ ਹੀ ਸੀ ਤੇ ਮਰ ਗਏ। ਇਹਨਾਂ ਦੇ ਮਰਨ ਦਾ ਕਾਰਨ ਬਾਰਡਰ ਤੇ ਬਹਿ ਕੇ ਗਰਮੀ ਦੇ ਵਿੱਚ, ਠੰਡ ਦੇ ਵਿੱਚ, ਮੀਂਹ ਦੇ ਵਿੱਚ, ਇੰਨੀ ਜ਼ਿਆਦਾ ਠੰਡ ਸੀ ਜਦੋਂ ਡੈਥ ਹੋਈਆਂ ਕਿ ਜਿਹੜਾ ਹਾਰਟ ਜਿਹੜਾ ਪੰਪ ਕਰਦਾ ਨਾ, ਉਹਨੂੰ ਡਬਲ ਟ੍ਰਿਪਲ ਕੰਮ ਕਰਨਾ ਪੈਂਦਾ ਹੈ ਬਲੱਡ ਸਪਲਾਈ ਦੇਣ ਲਈ। ਐਜ਼ ਏ ਰਿਜ਼ਲਟ ਮੋਸਟ ਆਫ ਦੀ ਜਿਹੜੀਆਂ ਡੈਥਸ ਹੋਈਆਂ ਜਾਂ ਫਿਰ ਐਕਸੀਡੈਂਟ, ਜੇ ਉਹ ਐਕਸੀਡੈਂਟ ਹੋਇਆ ਜਾਂ ਫਿਰ ਉਹ ਜਿਹੜੀ ਠੰਡ ਕਰਕੇ ਡੈਥ ਹੋਈ ਹੈਗੀ ਆ, ਹਾਰਟ ਅਟੈਕ ਹੋਇਆ ਜਾਂ ਡਿਪਰੈਸ਼ਨ ਕਰਕੇ ਉੱਥੇ ਸੁਸਾਈਡ ਹੋਏ ਹੈ, ਉਹ ਇਸ ਸਰਕਾਰ ਦੀ ਨਾਕਾਮਯਾਬੀ ਹੈ। ਕੋਈ ਸੁਲਝਿਆ ਹੋਇਆ ਡਿਸੀਜ਼ਨ ਨਹੀਂ ਹੈ ਕਿ ਜਿਹੜਾ ਕਹੀਏ ਕਿ ਜਿਹਦੇ ਕਰਕੇ ਉਹ ਕਿਸਾਨ ਬਚ ਸਕਦੇ ਸੀ, ਜੋ ਆਪਦੇ ਘਰੇ ਹੁੰਦੇ, ਉਹਨਾਂ ਨੂੰ ਸੜਕਾਂ ਤੇ ਨਾ ਆਉਣਾ ਪੈਂਦਾ, ਐਕਸੀਡੈਂਟ ਨਾ ਹੁੰਦੇ। ਸੋ ਉਹ ਇੱਕ ਸ਼ਹੀਦ ਹੈ ਜਿਹੜੇ 500 ਕਿਸਾਨ ਹੈ। ਹੁਣ ਜਦੋਂ ਤਾਂ ਡੈਥ ਹੁੰਦੀ ਹੈ, ਉਦੋਂ ਸਾਰੇ ਹੀ ਜਿਹੜੇ ਹੈਗੇ ਆ ਲੋਕੀ ਉਹ ਇਹ ਕਹਿੰਦੇ ਆ ਕਿ ਯਾਰ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ। 2-4 ਦਿਨ ਅਫਸੋਸ ਕਰਦੇ ਆ ਕਿ ਉਸ ਤੋਂ ਬਾਅਦ ਲੋਕੀ ਭੁੱਲ ਜਾਂਦੇ ਆ ਕਿ ਭਾਈ 500 ਕਿਸਾਨ ਜਿਹੜਾ ਉਹ ਸ਼ਹੀਦ ਹੋ ਚੁੱਕੇ ਆ। ਹੁਣ ਉਸ ਤੋਂ ਬਾਅਦ ਰੋਲ ਆ ਜਾਂਦਾ ਹੈਗਾ ਜਿਹੜੀਆਂ
ਨੋਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਜਿਹੜੀਆਂ ਲੋਕਾਂ ਦੀ ਮਦਦ ਦੇ ਲਈ NGO ਬਣੀਆਂ। ਫਿਰ ਉੱਥੇ ਉਹ ਆ ਕੇ ਰੋਲ ਨਿਭਾਉਂਦੀਆਂ, ਉਹ ਚੇਤੇ ਕਰਾਉਂਦੀਆਂ ਕਿ ਭਾਈ ਇਹ ਜਿਹੜੇ 500 ਸ਼ਹੀਦ ਹੋ ਚੁੱਕੇ ਆ ਨਾ, ਇਹਨਾਂ ਦੇ ਪਰਿਵਾਰਾਂ ਦਾ ਫਿਕਰ ਕਰੋ, ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਕਰੋ। ਜਿਹੜੇ ਬਜ਼ੁਰਗ ਇਹਨਾਂ ਦੇ ਮਾਪਿਓ ਹੈ, ਜਿਨ੍ਹਾਂ ਦਾ ਕੋਈ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਸੀ, ਪੁੱਤ ਕਮਾਉਂਦਾ ਸੀ ਤੇ ਘਰੇ ਲਿਆਉਂਦੇ, ਕਈ ਮਜ਼ਦੂਰ ਵੀ ਹੈ, ਕਿਸਾਨ ਇਕੱਲੇ ਨਹੀਂ, ਨਾਲ ਮਜ਼ਦੂਰਾਂ ਦੇ ਵੀ ਡੈਥ ਹੋਈਆਂ ਹੈਗੀਆਂ ਜਿਹੜੀਆਂ, ਉਹਨਾਂ ਦੇ ਵੀ ਉਹੀ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਹੈਲਪ ਕਰਦੇ। ਉਹਨਾਂ ਦੇ ਵਿੱਚੋਂ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਉਹ ਇੰਡੀਆ ਦੇ ਵਿੱਚ ਐਸਟੈਬਲਿਸ਼ ਹੈ, ਤੇ ਉਹ 10-12 ਸਾਲ ਹੋ ਗਏ ਉਸ ਆਰਗੇਨਾਈਜੇਸ਼ਨ ਨੂੰ ਹੋਂਦ ਚ ਆਇਆ। ਪਰ ਜ਼ਿਆਦਾਤਰ ਉਹ ਫੇਮਸ ਉਦੋਂ ਹੋਈ ਜਦੋਂ ਉਹਨਾਂ ਦੇ ਜਿਹੜੇ ਇੱਕ ਮੈਂਬਰ ਸੀਗੇ, ਜਿਹੜੇ ਮੈਨੇਜਮੈਂਟ ਦੇ ਮੇਨ ਪਾਰਟ ਸੀਗੇ, ਡਾਕਟਰ ਵਰਿੰਦਰਪਾਲ ਸਿੰਘ, ਉਹਨਾਂ ਨੇ ਅਵਾਰਡ ਲੈਣ ਦਾ ਜਿਹੜਾ ਉਹਨੂੰ ਡਿਕਲਾਈਨ ਕਰਤਾ ਸੈਂਟਰਲ ਮਿਨਿਸਟਰ ਤੋਂ। ਉਸ ਤੋਂ ਬਾਅਦ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਡਾਕਟਰ ਵਰਿੰਦਰ ਸਿੰਘ ਕੌਣ ਹੈ, ਤੇ ਫਿਰ ਉਹਨਾਂ ਦੇ ਹੋਰ ਡੀਪ ਜਾ ਕੇ ਇਹ ਪਤਾ ਲੱਗਿਆ ਕਿ ਉਹ ਇੱਕ ਆਰਗੇਨਾਈਜੇਸ਼ਨ ਦੇ ਹਿੱਸੇ ਹੈ ਪਿਛਲੇ 10 ਸਾਲ ਤੋਂ, ਜਿਹਦੇ ਚ ਬਹੁਤ ਹੀ ਸੁਲਝਵਾਨ ਵਿਦਵਾਨ ਤੇ ਬੰਦੇ ਜਿਹੜੇ ਆ ਉਸ ਦੇ ਮੈਂਬਰ ਹੈ। ਉਹਨਾਂ ਦੇ ਜਿਹੜੇ ਮੁੱਢਲੇ ਆਰਗੇਨਾਈਜ਼ਰ ਹੈ, ਉਹਦਾ ਨਾਮ ਹੈਗਾ ਆਤਮ ਪ੍ਰਗਾਸ। ਸੋ ਆਤਮ ਪ੍ਰਗਾਸ ਨੇ ਕੀ ਕੀਤਾ, ਏਡਾ ਵਧੀਆ ਕੰਮ ਕੀਤਾ ਹੈ ਕਿ ਉਹਨਾਂ ਨੇ ਇੱਕ ਕਮੇਟੀਆਂ ਬਣਾ, ਉਹਨਾਂ ਨੇ ਜਿੱਥੋਂ ਇਨਫੋਰਮੇਸ਼ਨ ਮਿਲ ਸਕਦੀ ਸੀ, ਚਾਹੇ ਉਹ ਨਿਊਜ਼ਪੇਪਰ ਤੋਂ ਸੀ, ਚਾਹੇ ਉਹ ਕਈ ਕੁਹਾਈ ਸੀ, ਚਾਹੇ ਉਹਨਾਂ ਨੇ ਮੋਰਚੇ ਤੇ ਜਾ ਕੇ ਪਤਾ ਕੀਤਾ ਕਿ ਕਿਹੜਾ ਬੰਦਾ ਹੈ, ਕਿੱਥੋਂ ਦਾ ਹੈ, ਕਿਹੜੇ ਪਿੰਡ ਦਾ ਹੈ, ਕੀ ਉਹਦਾ, ਉਹ ਸਾਰਾ ਡਾਟਾ ਉਹਨਾਂ ਨੇ ਕਲੈਕਟ ਕੀਤਾ। ਦੇਖੋ ਬਹੁਤ ਵੱਡਾ ਕੰਮ ਹੈ, ਛੋਟਾ ਕੰਮ ਨਹੀਂ ਗਾ ਕਿ ਨਿਊਜ਼ ਲਾਉਣੀ ਜਿਹੜੀ ਹੈ ਬਹੁਤ ਸੌਖੀ ਹੈ, ਪਰ ਜੇ ਉਸ ਨੂੰ ਤੁਸੀਂ ਨਿਊਜ਼ ਦੇ ਪਿੱਛੇ ਜਾਣਾ ਹੈ ਨਾ, ਕਿ ਇਹ ਬੰਦਾ ਕੌਣ ਸੀ, ਕਿੱਥੋਂ ਦਾ ਸੀ, ਉਹ ਉਹਦੇ ਪਿੱਛੇ ਜਾ ਕੇ ਕਮੇਟੀਆਂ ਬਣਾ ਕੇ ਹਰੇਕ ਨੇ ਉਹਨਾਂ ਦੀ ਜਾਂਚ ਪੜਤਾਲ ਕੀਤੀ, ਉਹਨਾਂ ਨੂੰ ਆਇਡੈਂਟੀਫਾਈ ਕੀਤਾ। ਜੇ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾਓ, ਉਹ ਪਰਿਵਾਰਾਂ ਦੇ ਉਹ ਜੋ ਸ਼ਹੀਦ ਨੇ ਉਹਨਾਂ ਦੀਆਂ ਉੱਥੇ ਫੋਟੋਆਂ ਲੱਗੀਆਂ, ਤਕਰੀਬਨ 300 ਦੇ ਕਰੀਬ ਆਇਡੈਂਟੀਫਾਈ ਕਰ ਚੁੱਕੇ ਆ ਤੇ ਹੋਰਾਂ ਦੇ ਉੱਤੇ ਕੰਮ ਕਰ ਰਹੇ ਆ। ਤੁਹਾਨੂੰ ਬਹੁਤ ਜ਼ਿਆਦਾ ਮੈਨ ਪਾਵਰ ਚਾਹੀਦੀ ਹੈ, ਤੁਹਾਨੂੰ ਬਹੁਤ ਹੀ ਘੰਟੇ ਚਾਹੀਦੇ ਆ ਇਸ ਕੰਮਾਂ ਦੇ ਵਿੱਚ ਆਇਡੈਂਟੀਫਾਈ ਕਰਨ ਲਈ, ਜਿਹਦੇ ਲਈ ਆਤਮ ਪ੍ਰਗਾਸ ਜਿਹੜਾ ਉਹ ਪੂਰੀ ਤਿਆਰੀ ਕਰ ਰਿਹਾ, ਪੂਰੀ ਮਦਦ ਕਰ ਰਿਹਾ। ਸੋ ਆਤਮ ਪ੍ਰਗਾਸ ਹੈ ਜਿਹੜਾ, ਉਹ ਜੇ ਅਸੀਂ ਉਹਦੀ ਵੈਬਸਾਈਟ ਤੇ ਜਾਂਦੇ ਹਾਂ, ਤੁਹਾਨੂੰ ਦੱਸਣਗੇ ਕਿ ਉਹ ਵੈਸੇ ਇਸ ਤੋਂ ਬਿਨਾਂ, ਉਹ ਤਾਂ ਹੁਣ ਆਏ ਨਾ ਇਸ ਚੀਜ਼ ਦੇ ਵਿੱਚ, ਜਦੋਂ ਦਾ ਆਪਣਾ ਇਹ ਅੰਦੋਲਨ ਸ਼ੁਰੂ ਹੋਇਆ, ਕਿ ਇਸ ਤੋਂ ਬਿਨਾਂ ਵੀ ਜੋ ਕੁਛ ਉਹ ਕਰਦੇ ਸੀ, ਮੈਨੂੰ ਆਪ ਨੂੰ ਨਹੀਂ ਸੀ ਪਤਾ ਕਿ ਉਹ ਇੰਨਾ ਕੁਛ ਕਰ ਰਹੇ ਹੈਗੇ ਆ। ਜਿੰਨਾ ਚਿਰ ਇਹ ਉਹਨਾਂ ਨਾਲ ਗੱਲਬਾਤ ਨਹੀਂ ਹੋਈ, ਉਹਨਾਂ ਤੋਂ ਪਤਾ ਨਹੀਂ ਲੱਗਿਆ ਗਿਆ ਕਿ ਉਹ ਕੀ ਕਰ ਰਿਹਾ, ਜਾਂ ਉਹਨਾਂ ਦੀ ਮੈਂ ਵੈਬਸਾਈਟ ਤੇ ਜਾ ਕੇ ਸਾਰੀ ਪੜਚੋਲ ਕੀਤੀ ਕਿ ਕਿਵੇਂ ਉਹਨਾਂ ਨੇ ਹਰੇਕ ਫੈਮਿਲੀ ਨੂੰ ਆਇਡੈਂਟੀਫਾਈ ਕਰਕੇ ਉਹਦੀਆਂ ਫਾਈਨੈਂਸ਼ੀਅਲ ਜਿਹੜੀਆਂ ਨੀਡਸ ਹੈਗੀਆਂ ਉਹਨਾਂ ਨੂੰ ਵੇਖਿਆ। ਉਹਨਾਂ ਨੇ ਇੱਕ ਇੱਕ ਪੈਸਾ ਉੱਥੇ ਲਿਖਿਆ ਕਿ ਇਸ ਪਰਿਵਾਰ ਨੂੰ ਜਿਵੇਂ 5000 ਰੁਪਇਆ ਪੰਜਾਬ ਗੌਰਮੈਂਟ ਦਿੰਦੀ ਹੈਗੀ ਹੈ ਜੋ ਕਿਸਾਨ ਸ਼ਹੀਦ ਹੋਇਆ। ਇੱਥੇ ਮੈਂ ਐਪਰੀਸ਼ੀਏਟ ਕਰਦਾ ਪੰਜਾਬ ਗੌਰਮੈਂਟ ਨੂੰ ਕਿ ਉਹਨਾਂ ਨੇ ਇਹ ਪੈਸਾ ਜਿਹੜਾ ਉਹ ਵਾਕਈ ਹੀ ਦਿੱਤਾ ਹੈਗਾ ਹਰੇਕ ਜੋ ਕਿਸਾਨ ਦੀ ਉੱਥੇ ਮੋਰਚੇ ਦੇ ਵਿੱਚ ਜਾਂ ਐਕਸੀਡੈਂਟ ਦੇ ਵਿੱਚ ਜੋ ਡੈਥ ਹੋਈ ਹੈ। ਸ਼ਲਾਘਾਯੋਗ ਜਿਹੜਾ ਕਦਮ ਹੈ ਜਿਹੜਾ 5000 ਰੁਪਇਆ ਉਹ ਪਰਿਵਾਰ ਨੂੰ ਦੇਣਾ, ਪਰ ਇੱਕ ਟਾਈਮ ਮਦਦ ਹੈ। ਉਸ ਤੋਂ ਬਾਅਦ ਦੂਜਾ ਆ ਜਾਂਦਾ ਹੈਗਾ ਇੱਕ, ਕੋਈ ਉਹਨੇ ਨਾਂ ਨਹੀਂ ਦੱਸਿਆ ਬੰਦੇ ਨੇ, ਪਰ ਉਹ ਕੈਨੇਡਾ ਤੋਂ ਹੈ ਤੇ ਉਹਦੇ 'ਚ ਗੁਪਤਦਾਨ ਵਜੋਂ ਲਿਖਿਆ ਹੋਇਆ। ਉਹਨੇ ਤਕਰੀਬਨ ਹਰੇਕ ਫੈਮਿਲੀ ਨੂੰ 200,000 ਤੋਂ 300,000 ਜਿਹੜੇ ਹੈਗੇ ਆ ਰੁਪਏ ਜਿਹੜੇ ਆ ਉਹ ਹਰੇਕ ਫੈਮਿਲੀ ਨੂੰ ਉਹਨੇ ਦਾਨ ਦਿੱਤੇ ਆ, ਇੱਕ ਵਨ ਟਾਈਮ ਥਿੰਗ। ਇਵੇਂ ਜਿਵੇਂ ਜਿਹੜੀ ਆਪਣਾ ਸ਼੍ਰੋਮਣੀ ਗੁਰਦੁਆਰਾ ਉਹ ਸਿਰਫ 50,000 ਦਿੱਤਾ, ਚਲੋ something is better than nothing, at least ਆਇਆ ਤਾਂ ਹੈ ਨਾ, ਪਰਿਵਾਰ ਦੀ ਮਦਦ ਤਾਂ ਹੋਈ ਹੈ ਨਾ। ਹੁਣ ਇਹ ਜੇ ਸੀ ਲੰਪ ਸਮ ਸੀਗਾ ਜੋ ਉਹਨਾਂ ਕੋਲੇ, ਕਿਸੇ ਪਰਿਵਾਰ ਕੋਲੇ 700,000 ਬਣਦਾ, ਕਿਸੇ ਤੇ 800,000 ਬਣਦਾ, ਉਹਦੀ ਸਾਰੀ ਜੋ ਉਹਦਾ ਹਿਸਾਬ ਕਿਤਾਬ ਹੈ ਉਹ ਆਤਮ ਪ੍ਰਗਾਸ ਨੇ ਆਪਦੀ ਵੈਬਸਾਈਟ ਤੇ ਦਿੱਤਾ ਬਿਨਾਂ ਪੋਲੀਟੀਕਲ ਹੋਣ। ਇਹ ਨਹੀਂ ਕਿਹਾ ਕਿ ਇਹ ਕਾਂਗਰਸ ਨੇ ਦਿੱਤਾ ਜੀ, ਇਹ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਸੀਂ ਤੇ ਪਾਉਣਾ ਨਹੀਂ, ਆ ਕਿਸੇ ਨੇ ਗੁਪਤ ਦਾਨ ਦਿੱਤਾ ਅਸੀਂ ਲਿਖਣਾ ਨਹੀਂ ਗਾ। So they detailed everything. Now, next step they took,
ਕਿ ਉਹਨਾਂ ਨੇ ਇਹ ਇੱਕ ਕਮੇਟੀ ਬਣਾ ਕੇ ਹਰੇਕ ਦਾ ਇਹ ਕੀਤਾ ਕਿ ਇਹਨਾਂ ਨੂੰ ਹੋਰ ਪੈਸੇ ਦੀ ਲੋੜ ਹੈ ਕਿ ਨਹੀਂ ਹੈ। ਇਹਨਾਂ ਨੂੰ ਜਿਨ੍ਹਾਂ ਦੀ ਨਹੀਂ ਲੋੜ ਉਹਨਾਂ ਨੇ ਸਾਫ਼ ਉੱਤੇ ਲਿਖਿਆ ਕਿ ਇਸ ਪਰਿਵਾਰ ਨੂੰ ਹੋਰ ਮਦਦ ਦੀ ਲੋੜ ਨਹੀਂ ਹੈ। ਇਵੇਂ ਜਿਵੇਂ ਜਿਹੜੇ ਹੁਣ ਬਜ਼ੁਰਗ ਹੈ ਜਿਨ੍ਹਾਂ ਦੇ ਯੰਗ ਬੱਚੇ ਦੀ ਡੈਥ ਹੋ ਗਈ ਹੈ, ਉੱਥੇ ਜਿਹੜਾ ਇਕੱਲਾ ਕਮਾਊ ਸੀ, ਉਹ ਮਾਂ ਪਿਓ ਦੀ ਰੋਟੀ ਪਕਾਉਣ ਲਈ, ਰੋਟੀ ਦਾ ਸਿਲਸਿਲਾ ਚੱਲਣ ਲਈ, ਦਿਹਾੜੀ ਕੱਢਣ ਲਈ ਉਹਨਾਂ ਨੂੰ 10,000 ਰੁਪਈਆ ਮਹੀਨੇ ਦੀ ਲੋੜ ਹੈ। ਤਾਂ ਉਹਨਾਂ ਨੇ ਉੱਥੇ ਲਿਖਤਾ ਕਿ ਇਸ ਪਰਿਵਾਰ ਨੂੰ 10,000 ਰੁਪਈਆ ਮਹੀਨੇ ਦੀ ਲੋੜ ਹੈ। ਸੋ ਆਤਮ ਪ੍ਰਗਾਸ ਉਹਦੇ ਲਈ ਜਰੀਆ ਕਰ ਰਿਹਾ, ਡਿਪੈਂਡ ਕਰ ਰਿਹਾ ਹੈਗਾ, ਪਰ ਉਹਨਾਂ ਕੋਲੇ ਬਹੁਤ ਜ਼ਿਆਦਾ ਘਾਟ ਹੈਗੀ ਹੈ ਕਿ ਜਿਹੜੇ ਮਹੀਨਾ ਬੱਧੀ ਆਪਦਾ ਸਪਾਂਸਰਸ਼ਿਪ ਕਰ ਸਕਣ ਕਿ ਅਸੀਂ ਇਹਨਾਂ ਬੱਚਿਆਂ ਦੀ ਟੇਕ ਕੇਅਰ ਕਰਾਂਗੇ ਜਾਂ ਇਹਨਾਂ ਮਾਂ ਪਿਓ ਦੀ ਟੇਕ ਕੇਅਰ ਕਰਾਂਗੇ ਜੋ ਸ਼ਹੀਦਾਂ ਦੇ ਪਰਿਵਾਰ ਨੇ। ਸੋ ਇਹ ਹੁਣ ਜਿਹੜਾ ਆਤਮ ਪ੍ਰਗਾਸ ਹੈ, ਇਹ ਇੰਡੀਆ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ। ਇਹਦੇ 'ਚ ਟੈਕਸ ਡਿਡਕਟੇਬਲ ਹੈ। ਜੇ ਤੁਸੀਂ ਇੰਡੀਆ 'ਚ ਬੈਠੇ ਆ ਤਾਂ ਇਹਨਾਂ ਨੂੰ ਪੈਸੇ ਦਿੰਦੇ ਹੈਗੇ ਆ, ਤੇ ਇਹਨਾਂ ਦੀ ਵੈਬਸਾਈਟ ਹੈਗੀ ਹੈ ATMPARGAS atampragas.org। ਤੁਸੀਂ ਆਤਮ ਪ੍ਰਗਾਸ ਹੀ ਪਾ ਦਿਓ ਆਪਦੇ ਸਰਚ ਦੇ ਵਿੱਚ ਤਾਂ ਤੁਹਾਡੇ ਕੋਲ ਉਹ ਆ ਜਾਊਗੀ atampragas.org। ਇੱਕ ਵਾਰੀ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੇਖੋ, ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਕਿ ਕਿਵੇਂ ਆਰਗੇਨਾਈਜੇਸ਼ਨ ਇਹਨਾਂ ਨੂੰ ਕੰਮ ਕਰ ਰਹੀ ਹੈ, ਕਿਵੇਂ ਸ਼ਹੀਦਾਂ ਨੂੰ ਜਿਹੜਾ ਉਹਨਾਂ ਦੀ ਫੈਮਲੀਆਂ ਦੀ ਦੇਖਭਾਲ ਕਰ ਰਹੀ ਹੈਗੀ ਹੈ। ਫਿਰ ਮੈਂ ਦੱਸ ਚਾਹੁੰਦਾ A ਐਪਲ, T ਟੌਮ, A ਐਪਲ, M ਮੈਰੀ, P ਪੀਟਰ, A ਐਪਲ, R ਰੋਬਰਟ, G ਗੈਰੀ, A ਐਪਲ, S ਸੈਮ .org। ਸੋ ਆਤਮ ਪ੍ਰਗਾਸ org ਤੇ ਜਾ ਕੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਆ। ਹੁਣ ਆ ਜਾਂਦੇ ਹੈਗਾ ਕਿ ਜੇ ਤੁਸੀਂ ਇੰਡੀਆ 'ਚ ਨਹੀਂ ਗਏ, ਤੁਸੀਂ ਅਮਰੀਕਾ 'ਚ ਬੈਠੇ ਆ, ਤੁਸੀਂ ਕੈਨੇਡਾ 'ਚ ਬੈਠੇ ਆ, ਤੁਸੀਂ ਇਹਨਾਂ ਦੀ ਸ਼ਹੀਦਾਂ ਦੀ ਪਰਿਵਾਰ ਦੀ ਹੈਲਪ ਕਰਨਾ ਚਾਹੁੰਦੇ ਆ, ਤਾਂ ਉੱਥੇ ਆਰਗੇਨਾਈਜੇਸ਼ਨ ਆ ਜਾਂਦੀ ਹੈ ਜਿਹਦੇ ਨਾਲ ਅਸੀਂ ਬਹੁਤ ਦੇਰ ਤੋਂ ਜੁੜੇ ਹੋਏ ਆ। ਤੇ ਉਹਨਾਂ ਦੇ ਜਿਹੜੇ ਹੈਗੇ ਆ ਸਰਪ੍ਰਸਤ ਹੈਗੇ ਆ ਡਾਕਟਰ ਹਰਕੇਸ਼ ਸਿੰਘ ਸੰਧੂ, ਉਹਨਾਂ ਨੇ ਇੱਕ ਤਰ੍ਹਾਂ ਨਾਲ ਆਇਡੈਂਟੀਫਾਈ ਕੀਤੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਇੰਡੀਆ ਦੇ ਵਿੱਚ, ਜਿਹੜੀ ਕਿ ਉਹ ਇੱਥੇ ਵੀ ਮਦਦ ਕਰਦੇ ਆ ਜਿਹੜੀਆਂ ਫੈਮਲੀਆਂ ਦੀ ਲੋੜ ਹੈ। ਪਰ ਉਹਨਾਂ ਨੇ ਇੱਕ, ਕਿਉਂਕਿ ਤੁਹਾਨੂੰ ਇੱਕ ਆਰਗੇਨਾਈਜੇਸ਼ਨ ਚਲਾਉਣ ਵਾਸਤੇ ਬਹੁਤ ਜ਼ਿਆਦਾ ਮੈਨ ਪਾਵਰ ਦੀ ਲੋੜ ਹੈ, ਜਿਹੜੀ ਕਿ ਮੈਨੂਪਲੇਟ ਕਰਨੀ ਕੋਈ ਸੌਖੀ ਨਹੀਂ। ਤੇ ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਕਈ ਆਰਗੇਨਾਈਜੇਸ਼ਨਾਂ ਇੰਡੀਆ ਦੇ ਵਿੱਚ ਉਹਨਾਂ ਨੇ ਲਈਆਂ, ਉਸ ਆਰਗੇਨਾਈਜੇਸ਼ਨਾਂ ਨੂੰ ਉਹਨਾਂ ਨੇ ਸਪੋਰਟ ਕੀਤਾ ਕਿ ਅਸੀਂ ਜੋ ਵੀ ਸਹਾਇਤਾ ਨੂੰ ਮਦਦ ਕਰੂਗਾ, ਤੁਸੀਂ ਟਾਰਗੇਟ ਕਰ ਸਕਦੇ ਆ ਕਿ ਇਹ ਪਟਿਆਲੇ ਵਾਲੇ ਬਲਾਈਂਡ ਸਕੂਲ ਨੂੰ ਜਾਣੀ ਹੈ ਇਹ ਸਹਾਇਤਾ, ਜਾਂ ਇਹ ਸਹਾਇਤਾ ਜਿਹੜੀ ਹੈਗੀ ਆ ਉਹ ਜਾਣੀ ਹੈਗੀ ਹੈ ਆਤਮ ਪ੍ਰਗਾਸ ਨੂੰ ਜਾਣੀ ਹੈ, ਜਿਹਦੇ 'ਚ ਫੈਮਲੀਜ਼ ਜਿਹੜੀਆਂ ਹੋ ਚੁੱਕੀਆਂ ਹੈਗੀਆਂ, ਸ਼ਹੀਦਾਂ ਦੀਆਂ ਜਿਹੜੀਆਂ ਫੈਮਲੀਆਂ ਉਹਨਾਂ ਨੂੰ ਲੋੜ ਹੈ, ਉਹਨਾਂ ਨੂੰ ਦੇਣੀ ਹੈਗੀ ਹੈ, ਜਾਂ ਤੁਸੀਂ ਬੱਚੇ ਪੜ੍ਹਾਉਣੇ ਹੈਗੇ ਆ। ਹੁਣ ਫਾਰ ਐਗਜ਼ਾਮਪਲ ਇਸ ਵੇਲੇ 30 ਤੋਂ 50 ਦੇ ਕਰੀਬ ਸਹਾਇਤਾ ਜਿਹੜੀ ਹੈ ਉਹ ਫਾਰਮਰਸ ਦੇ ਜਿਹੜੀ ਆਪਣਾ ਫੈਮਲੀਜ਼ ਹੈਗੀਆਂ, ਉਹਨਾਂ ਦੇ ਬੱਚੇ ਅਡਾਪਟ ਕਰਕੇ ਉਹਨਾਂ ਨੂੰ ਮਦਦ ਕਰ ਰਹੀ ਹੈਗੀ ਹੈ। 30 ਤੋਂ 50 ਫੈਮਲੀਆਂ ਦੀ ਉਹਨਾਂ ਦੀ ਪੜ੍ਹਾਉਣ ਦੀ ਜ਼ਿੰਮੇਵਾਰੀ ਇਹਨਾਂ ਨੇ ਸਹਾਇਤਾ ਆਰਗੇਨਾਈਜੇਸ਼ਨ ਲਈ ਹੈ। ਹੁਣ ਅਸੀਂ ਅਮਰੀਕਾ ਤੇ ਕੈਨੇਡਾ 'ਚ ਬੈਠੇ ਕੀ ਐਡਵਾਂਟੇਜ ਹੈ ਸਾਨੂੰ ਉਸ ਚੀਜ਼ ਦਾ? ਦੇਖੋ, ਤੁਸੀਂ ਸਹੀ ਤੇ ਲੀਗਲ ਤਰੀਕੇ ਨਾਲ ਪੈਸੇ ਦੇਣੇ, ਸੋ ਉਹਦਾ ਸਹੀ ਤੇ ਲੀਗਲ ਤਰੀਕਾ ਜਿਹੜਾ ਹੈਗਾ ਉਹ ਤੁਸੀਂ ਲੋਕਲ ਆਰਗੇਨਾਈਜੇਸ਼ਨ ਨੂੰ ਦਿਓ, ਉਹ ਟੈਕਸ ਬੈਨੀਫਿਟ ਵੀ ਉਹਦਾ ਮਿਲੂਗਾ। ਚਲੋ ਤੁਸੀਂ ਟੈਕਸ ਬੈਨੀਫਿਟ ਦਾ ਤੁਸੀਂ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਟੈਕਸ ਬੈਨੀਫਿਟ ਦਾ, ਮੈਂ ਨਹੀਂ ਲੈਣਾਗਾ, ਪਰ ਉਹ ਇੱਕ ਲੀਗਲ ਤੇ ਰਾਈਟ ਵੇ ਹੈਗਾ ਉਹਨੂੰ ਡੋਨੇਟ ਕਰਨ ਦਾ, ਉਹਨਾਂ ਦੀ ਹੈਲਪ ਕਰਨ ਦਾ, ਜਿਹੜੀ ਕਿ ਸਿੱਧੀ ਫਾਰਮਰਸ ਫੈਮਲੀ ਨੂੰ ਪਹੁੰਚੂਗੀ ਵਾਇਆ ਆਤਮ ਪ੍ਰਗਾਸ। ਤੁਸੀਂ ਸਹਾਇਤਾ ਦੀ ਵੈਬਸਾਈਟ ਤੇ ਜਾ ਕੇ, ਜਿਹਦਾ ਮੈਂ ਤੁਹਾਨੂੰ ਸਪੈਲਿੰਗ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਕਈ ਵਾਰੀ ਬੜਾ ਮੁਸ਼ਕਲ ਹੋ ਜਾਂਦਾ ਹੈਗਾ, SAHAITA.org। ਸੋ ਸਾਹਾ ਜਿਹਨੂੰ ਕਹਿੰਦੇ ਆ ਨਾ, SAHA ਸਾਹਾ ਬਣ ਗਿਆ ਤੇ ITA.org। ਤੁਸੀਂ ਜੋ ਡੋਨੇਸ਼ਨ ਦੇਣੀ ਹੈਗੀ ਹੈ ਫਾਰਮਰਸ ਫੈਮਲੀਜ਼ ਨੂੰ, ਮੰਥਲੀ ਡੋਨੇਸ਼ਨ ਦਿਓ। ਮੈਂ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ, ਚਾਹੇ ਤੁਸੀਂ $5 ਦਿਓ, ਚਾਹੇ ਤੁਸੀਂ $10 ਦਿਓ, ਤੁਸੀਂ ਉਹਨਾਂ ਨੂੰ
ਮੰਥਲੀ ਆਪਦੀ ਕਮਿਟਮੈਂਟ ਕਰੋ ਕਿ ਅਸੀਂ $2 ਦੇਣੇ ਆ, ਮੰਥਲੀ ਅਸੀਂ 3 ਦੇਣੇ ਆ। ਤੁਸੀਂ sahayata.org ਤੇ ਜਾ ਕੇ ਤੁਸੀਂ ਕਹਿ ਦਿੰਦੇ ਆ ਕਿ ਅਸੀਂ ਫਾਰਮਰਸ ਐਜੂਕੇਸ਼ਨ ਜਿਹੜੀ ਹੈਗੇ ਜਾਂ ਫਾਰਮਰ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਮਦਦ ਦੇਣੀ ਹੈ, ਇਹ ਪੈਸਾ ਜਿਹੜਾ ਉੱਥੇ ਲਾਇਆ ਜਾਵੇ। ਸਹਾਇਤਾ ਜਿਹੜੀ ਹੈ ਉਹ ਪੈਸਾ ਵਾਇਆ ਆਤਮ ਪ੍ਰਗਾਸ ਉਹ ਫੈਮਲੀ ਨੂੰ ਪਹੁੰਚਾਉਣਗੇ। ਤੁਸੀਂ ਆਪਦਾ ਨਾਂ ਚਾਹੁੰਦੇ ਆ ਉੱਥੇ, ਤੁਸੀਂ ਸਹਾਇਤਾ ਦਾ ਨਾਂ ਚਾਹੁੰਦੇ ਆ, ਜਿਵੇਂ ਤੁਸੀਂ ਉਹਨਾਂ ਨੂੰ ਡਾਇਰੈਕਸ਼ਨਾਂ ਦੇ ਦਿਓ ਕਿ ਉਹ ਉਸ ਤਰ੍ਹਾਂ ਕਰਨਗੇ, they will gladly do it. So ਮੈਨੂੰ ਆਪਣਾ ਥੋੜਾ ਸੁਣਿਆ ਨਹੀਂ ਗਾ ਮੈਨੂੰ। ਹਾਂਜੀ, ਬਹੁਤ ਵਧੀਆ ਡਾਕਟਰ ਸਾਹਿਬ, ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਦੋਨਾਂ ਸੰਸਥਾਵਾਂ ਬਾਰੇ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਹਾਂ। ਤੁਸੀਂ ਦੇਖੋ ਸਰੋਤੇ ਜਿਹੜੇ ਸੁਣ ਰਹੇ ਆ, ਜਦੋਂ ਆਪਾਂ ਕੋਈ ਦਾਨ ਕਰਦੇ ਆ ਆਪਾਂ ਨੂੰ ਸਿਰਫ ਇਹੀ ਹੁੰਦਾ ਕਿ ਦਾਨ ਪੂਰੇ ਦਾ ਪੂਰਾ ਉਸ ਜਗ੍ਹਾ ਤੇ ਪਹੁੰਚ ਜਾਵੇ ਜਿਸ ਜਗ੍ਹਾ ਦੇ ਉੱਤੇ ਅਸੀਂ ਭੇਜ ਰਹੇ ਆ। ਸੋ ਉਹ ਸਹਾਇਤਾ ਇੱਕ ਇਹੋ ਜਿਹੀ ਸੰਸਥਾ ਆ ਕਿ ਜਿਹਦੇ ਵਿੱਚ ਤੁਸੀਂ ਪੂਰਾ ਵਿਸ਼ਵਾਸ ਕਰ ਸਕਦੇ ਆ ਕਿ ਇਹ ਤੁਹਾਡੇ ਜੋ ਵੀ ਤੁਸੀਂ ਦਾਨ ਦਿੰਦੇ ਆ ਉਹ ਉਸ ਥਾਂ ਦੇ ਉੱਤੇ ਪਹੁੰਚ ਰਿਹਾ ਆ। ਤੇ ਇੱਕ ਡਾਕਟਰ ਸਾਹਿਬ ਮੈਂ ਥੋੜਾ ਜਿਹਾ ਹੋਰ ਵੀ ਕਹਿਣਾ ਚਾਹੁੰਦਾ, ਜਿਹੜੇ ਸਰੋਤੇ ਐਮਾਜ਼ੋਨ ਤੇ ਬਹੁਤ ਜ਼ਿਆਦਾ ਸਟੱਫ ਬਾਏ ਕਰਦੇ ਆ, ਜੇ ਉਹ ਐਮਾਜ਼ੋਨ ਸਮਾਈਲ ਦੇ ਵਿੱਚ ਜਾ ਕੇ ਕਿਸੇ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਚੁਣਦੇ ਆ ਤਾਂ ਐਮਾਜ਼ੋਨ ਕੁਝ % ਡੋਨੇਸ਼ਨ ਦਿੰਦੀ ਆ ਉਸ ਸੰਸਥਾ ਨੂੰ। ਇਸ ਤਰੀਕੇ ਦੇ ਨਾਲ ਵੀ ਤੁਸੀਂ ਉੱਥੇ ਜਾ ਕੇ ਸਹਾਇਤਾ ਨੂੰ ਚੂਜ਼ ਕਰ ਸਕਦੇ ਆ, ਔਰ ਜਿਹੜੀ ਵੀ ਤੁਸੀਂ ਸੰਸਥਾ ਲਾਈਕ ਕਰਦੇ ਆ ਤੇ ਤੁਸੀਂ ਉਸ ਸੰਸਥਾ ਨੂੰ ਦਾਨ ਕਰ ਸਕਦੇ ਆ। ਤੁਸੀਂ ਬਾਏ ਤਾਂ ਆਪਾਂ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਆ ਐਮਾਜ਼ੋਨ ਦੇ ਉੱਤੋਂ, ਇੰਡਾਇਰੈਕਟਲੀ ਆਪਾਂ ਉਹਨਾਂ ਲੋਕਾਂ ਦੀ ਹੈਲਪ ਕਰ ਸਕਦੇ ਆ ਜਿਹੜੇ ਇਸ ਵਕਤ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ। ਸੋ ਡਾਕਟਰ ਸਾਹਿਬ ਆਪਾਂ ਥੋੜਾ ਜਿਹਾ ਹੁਣ ਮੈਂ ਇਹ ਜੋ ਸਰੋਤਿਓ ਜੋ ਵੀ ਇਹ ਇਨਫੋਰਮੇਸ਼ਨ ਆ ਥੱਲੇ ਵੈਬਸਾਈਟ ਦਾ ਨਾਮ ਆ ਰਿਹਾ, ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਕੇ ਤਾਂ ਤੁਸੀਂ ਆਪਣਾ ਹੋਰ ਇਨਫੋਰਮੇਸ਼ਨ ਲੈ ਸਕਦੇ ਆ ਤੇ ਵੱਧ ਤੋਂ ਵੱਧ ਹੈਲਪ ਕਰਨ ਦੀ ਕੋਸ਼ਿਸ਼ ਕਰਿਓ। ਸੇ ਆਪਾਂ ਡਾਕਟਰ ਸਾਹਿਬ ਹੁਣ ਥੋੜਾ ਜਿਹਾ ਟਾਈਮ ਵੀ ਹੋ ਚੱਲਾ, ਆਪਾਂ ਮੂਵ ਕਰੀਏ ਇੱਕ ਬਹੁਤ ਵੱਡੀ ਖਬਰ ਜਿਹੜੀ ਕਿ ਇਸ ਵਕਤ ਇੰਡੀਆ ਦੀ ਬਹੁਤ ਇੱਕ ਕੰਮ ਕਰਨ ਵਾਲੀ ਪਾਰਟੀ ਦੇ ਪੱਲੇ ਪਈ ਆ ਪੰਜਾਬ ਦੇ ਵਿੱਚ, ਕਿ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਜਿਹੜੇ ਕਿ ਨਾਂ ਦੇ ਕੋਈ ਦਾਗ ਨਹੀਂ, ਆਪਣੇ ਸਰਵਿਸ ਕਾਲ ਦੇ ਵਿੱਚ ਜਿਸ ਤਰ੍ਹਾਂ ਕੇਜਰੀਵਾਲ ਨੇ ਆਪਣੇ ਸਰਵਿਸ ਕਾਲ ਦੇ ਵਿੱਚ ਬਹੁਤ ਸੇਵਾ ਕੀਤੀ, ਕੋਈ ਵੀ ਤੁਸੀਂ ਉਹਨਾਂ ਤੇ ਕਰਪਸ਼ਨ ਦਾ ਇਲਜ਼ਾਮ ਨਹੀਂ ਲਾ ਸਕਦੇ। ਉਹਨਾਂ ਨੇ ਛੱਡ ਕੇ ਕੰਮ ਨੂੰ, ਆਪਣੇ ਕਮਿਸ਼ਨਰ ਦੀ ਜੌਬ ਨੂੰ ਛੱਡ ਕੇ ਆਮ ਆਦਮੀ ਪਾਰਟੀ ਬਣਾਈ ਔਰ ਉਸ ਦੇ ਵਿੱਚ ਬੜੇ ਕਾਮਯਾਬ ਹੋਏ, ਕੰਮ ਕੀਤੇ। ਅੱਜ ਦਿੱਲੀ ਦੇ ਲੋਕੀ ਬੜੇ ਖੁਸ਼ ਆ, ਦਿੱਲੀ ਦੇ ਲੋਕੀ ਇਸ ਚੀਜ਼ ਨੂੰ ਆਮ ਆਦਮੀ ਪਾਰਟੀ ਨੂੰ ਦੁਬਾਰਾ 3 ਵਾਰੀ ਲਿਆ ਚੁੱਕੇ ਆ ਆਪਣੀ ਦਿੱਲੀ ਦੇ ਵਿੱਚ। ਇਸੇ ਤਰੀਕੇ ਦੇ ਨਾਲ ਇੱਕ ਬਹੁਤ ਵੱਡੀ ਸ਼ਖਸੀਅਤ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਕੁੰਵਰ ਵਿਜੇ ਪ੍ਰਤਾਪ, ਜਿਹੜੇ ਕਿ ਇੱਕ ਆਫਿਸਰ ਸੀਗੇ ਔਰ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਦੇ ਉੱਤੇ ਉਹਨਾਂ ਨੇ ਥੋੜਾ ਜਿਹਾ ਕਮੇਟੀ ਬਣਾਈ ਔਰ ਇੱਕ ਇਨਸਾਫ ਲੈਣ ਲਈ ਉਹ ਤੁਰੇ, ਪਰ ਉਹਨਾਂ ਨੂੰ ਦੱਸਿਆ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਉਹ ਉਹਨਾਂ ਨੂੰ ਇਨਸਾਫ ਦੇ ਨਹੀਂ ਰਹੀਆਂ, ਤੇ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ ਨੂੰ ਚੂਜ਼ ਕੀਤਾ ਕਿ ਮੈਂ ਇਹਨਾਂ ਨੂੰ ਜੁਆਇਨ ਕਰਕੇ ਗੁਰੂ ਮਹਾਰਾਜ ਦੀ ਕੀਤੀ ਬੇਅਦਬੀ ਦਾ ਇਹ ਕੇਸ ਜੋ ਲੜਾਂਗਾ ਔਰ ਇੱਥੇ ਮੈਂ ਇਨਸਾਫ ਲਵਾਂਗਾ। ਤੁਸੀਂ ਇਹਦੇ ਬਾਰੇ ਥੋੜਾ ਜਿਹਾ ਹੋਰ ਦੱਸਿਓ ਪਲੀਜ਼। ਦੇਖੋ, ਸਾਨੂੰ ਪਹਿਲਾਂ ਤਾਂ ਮੈਂ ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਐਕਸ ਪੰਜਾਬ ਪੁਲਿਸ IG ਹੈਗੇ ਆ, ਉਹਨਾਂ ਬਾਰੇ ਕੁਝ ਦੱਸਣਾ ਚਾਹੁੰਦਾ। ਉਹਨਾਂ ਨੇ ਜੂਨ 21 ਨੂੰ 2021 ਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜੁਆਇਨ ਕੀਤੀ। ਕੁਝ ਤੱਥ ਉਹਨਾਂ ਬਾਰੇ ਇਹ ਹੈ ਕਿ ਦੇਖੋ ਉਹ ਬੱਚੇ ਹੈਗੇ ਆ ਜਿਹੜੇ ਬਿਹਾਰ ਤੋਂ ਮਜ਼ਦੂਰ ਇੱਥੇ ਆ ਕੇ ਵਸੇ ਸੀ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਪੁੱਤਰ ਹੈ। ਜਿਵੇਂ ਇਹ ਸਟੋਰੀ ਮੈਂ ਦੇਖੋ, ਚਾਹੇ ਸਾਡਾ ਕੰਟਰੀ ਡਿਫਰੈਂਟ ਹੈ, ਅਸੀਂ ਇੰਡੀਆ ਤੋਂ ਆ ਕੇ ਅਮਰੀਕਾ 'ਚ ਸੈਟਲ ਹੋਏ ਆ, ਪਰ ਜੇ ਤੁਸੀਂ ਇਹ ਸੋਚੋ ਕਿ ਸਾਡੇ ਬੱਚੇ ਜਿਹੜੇ ਆ ਜਦੋਂ ਐਕਸੈਲ ਕਰਦੇ, ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਅਸੀਂ ਬਾਹਰ ਆ ਕੇ ਐਕਸੈਲ ਕਰੀਏ। ਤੇ ਚਾਹੇ ਸੇਮ ਕੰਟਰੀ ਹੈ, ਬਿਹਾਰ ਤੋਂ ਪੰਜਾਬ 'ਚ ਆ ਕੇ ਇੱਕ ਮਜ਼ਦੂਰ ਦੇ ਬੱਚੇ ਨੇ ਜੋ ਪ੍ਰਾਪਤੀਆਂ ਕੀਤੀਆਂ ਉਹ ਉਨੀਆਂ ਹੀ ਵਰਣਨਯੋਗ ਹੈ ਜਿਹੜੀਆਂ ਕਿ ਅਸੀਂ ਆਪਦੇ ਬੱਚਿਆਂ ਦੇ ਉੱਤੇ ਮਾਣ ਕਰਦੇ ਹਾਂ ਕਿ ਉਹਨਾਂ ਨੇ ਇਹ ਪ੍ਰਾਪਤੀਆਂ ਕੀਤੀਆਂ। ਹੁਣ ਇਹਨਾਂ ਦਾ ਜਨਮ ਅੰਮ੍ਰਿਤਸਰ ਦੇ ਵਿੱਚ 30 ਸਤੰਬਰ 1969 ਵਿੱਚ ਹੋਇਆ ਤੇ MA ਇਹਨਾਂ ਨੇ ਪਟਨਾ ਯੂਨੀਵਰਸਿਟੀ ਤੋਂ ਸੰਸਕ੍ਰਿਤ ਦੇ ਵਿੱਚ ਕੀਤੀ। ਸਪੈਸ਼ਲੀ ਜਿਹੜੀ ਹੈਗੀ ਆ ਫਿਲਾਸਫੀ ਦੇ ਉੱਤੇ ਇਹਨਾਂ ਦਾ ਸੀਗਾ MA ਦਾ। ਇਹਨਾਂ ਨੇ MBA ਤੇ ਜਿਹੜੀ PhD ਆ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਸੀ।
ਤੇ LLB ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਉਹਦੇ 'ਚ ਵੀ 골ਡ ਮੈਡਲ ਲਿਆ ਇਹ। ਸੋ ਇਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਐਜੂਕੇਸ਼ਨ ਦੀਆਂ ਉਹਦਾ ਕੋਈ ਸਾਨੀ ਨਹੀਂ ਹੈਗਾ। 1998 ਦੇ ਵਿੱਚ ਉਹ IPS ਅਫਸਰ ਬਣੇ, ਪਰ ਆਪਣੀ ਇਮਾਨਦਾਰੀ ਕਾਰਨ ਉਹ ਕਿਤੇ ਟਿਕ ਨਹੀਂ ਸਕੇ। ਸਿਆਸਤਦਾਨਾਂ ਨੇ ਉਹਨਾਂ ਦੇ ਤਬਾਦਲੇ ਕਰਾਉਂਦੇ ਹੀ ਰਹੇ, ਉਹ ਜਿੱਥੇ ਵੀ ਉਹ ਜਾਂਦੇ ਸੀਗੇ, ਉਹ ਕਿਉਂਕਿ ਉਹਨਾਂ ਨੇ ਸਹੀ ਕੰਮ ਕਰਨਾ ਸੀ ਤੇ ਉਹ ਇੰਨੇ ਜ਼ਿਆਦਾ ਜਾਣੀ ਉਹਨਾਂ ਨੇ ਉਹਨਾਂ ਨੂੰ ਤੰਗ ਕੀਤਾ ਕਿ ਉਹਨਾਂ ਨੂੰ ਜਿਹੜੀਆਂ ਪੋਸਟਾਂ ਸੀਗੀਆਂ ਉਹਨਾਂ ਤੋਂ ਬਾਰ-ਬਾਰ ਆਪਦਾ ਘਰ ਜਿਹੜਾ ਉਹ ਬਦਲਣਾ ਪਿਆ। ਉਹਨਾਂ ਦੇ ਕੁਝ ਉਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ, ਜਦੋਂ ਕਿ ਉਹ ਈਵਨ SP ਸੀਗੇ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਕਿਡਨੀ ਸਕੈਮ ਸੁਣਿਆ ਹੋਣਾ, 2002 ਦੇ ਵਿੱਚ ਹੋਇਆ ਸੀਗਾ, ਜਿਸ 'ਚ ਡਾਕਟਰਾਂ ਨੇ ਆਪਣਾ ਪੇਸ਼ੈਂਟਸ ਦੀ ਕਿਡਨੀ ਕੱਢ ਕੇ ਤੇ ਦੂਜੇ ਦੇ ਪਾ ਦਿੰਦੇ ਸੀਗੇ। ਉਹ ਉਹਨਾਂ ਨੇ ਬੇਨਕਾਬ ਕੀਤਾ ਅੰਮ੍ਰਿਤਸਰ ਕਿਡਨੀ ਕਾਂਡ ਜਿਹੜਾ ਕਿ ਸਕੈਮ ਹੈ 2002 ਦੇ ਵਿੱਚ। ਇਵੇਂ ਜਿਵੇਂ ਅੰਮ੍ਰਿਤਸਰ 'ਚ ਇੱਕ ਸੈਕਸ ਸਕੈਂਡਲ ਹੋਇਆ 2003 ਦੇ ਵਿੱਚ, ਜਿਸ 'ਚ ਕਈ ਸਿਆਸੀ ਬੰਦੇ ਤੇ ਨਾਲ ਕੇਬਲ ਨੈਟਵਰਕ ਆਪਰੇਟਰ ਜਿਹੜੇ ਸੀਗੇ ਉਹ ਸ਼ਾਮਲ ਹੋਏ। ਇਹ ਹੁਣ ਜੇ ਤੁਸੀਂ ਇਹਨੂੰ ਐਂਡ ਤੇ ਲੈ ਜਾਓ ਨਾ, ਮੈਂ ਇੱਕ ਛੋਟੀ ਜਿਹੀ ਗੱਲ ਇਹ 'ਚ ਐਡ ਕਰਨਾ ਚਾਹੁੰਦਾ। ਤੁਸੀਂ ਕਹੋਗੇ ਇਹਦਾ ਐਂਡ ਰਿਜ਼ਲਟ ਕੀ ਨਿਕਲਿਆ? ਆਫਟਰ 12-15 ਸਾਲ ਦੇ ਬਾਅਦ ਜਿਹੜੇ ਵਿਟਨੈਸ ਹੁੰਦੇ ਆ ਨਾ, ਉਹਨਾਂ ਨੂੰ ਤੁਸੀਂ ਕਰਪਟ ਕਰ ਦਿੰਦੇ ਆ, ਜਾਂ ਉਹ ਇਹ ਸਮਝਦੇ ਆ, ਕਈ ਵਿਟਨੈਸ ਕਰਪਟ ਨਹੀਂ ਹੁੰਦੇ, ਪਰ ਉਹ ਇੰਨਾ ਝਮੇਲਾ ਸਮਝਦੇ ਆ ਕਿ ਆਪਦੇ ਖਰਚੇ ਦੇ ਉੱਤੇ ਮੈਂ ਦਿੱਲੀ ਜਾਵਾਂ, ਆਪਦੇ ਖਰਚੇ ਤੇ ਮੈਂ ਚੰਡੀਗੜ੍ਹ ਜਾਵਾਂ, ਨਾ ਕੋਈ ਰਹਿਣ ਦਾ ਪ੍ਰਬੰਧ। ਉਹ ਗਰੀਬ ਬੰਦਾ ਜਿਹੜਾ ਉਹ ਐਕਚੁਅਲੀ ਗਿਵ ਅਪ ਕਰ ਜਾਂਦਾ। ਸੋ ਉਹਦੇ ਨਾਲ ਜਿਹੜੇ ਦੋਸ਼ੀ ਆ ਉਹ ਜਿਹੜੇ ਆ ਉਹ ਬਰੀ ਹੋ ਜਾਂਦੇ ਆ। ਇਵੇਂ ਜਿਵੇਂ 2009 ਦੇ ਵਿੱਚ ਅਨਿਲ ਜੋਸ਼ੀ ਇੱਕ BJP ਦਾ MLA ਸੀਗਾ, ਤੇ ਉਹਨੇ ਇਹ ਦੇਖਿਆ ਕਿ ਇਹ ਤਾਂ ਮੇਰਾ ਕੰਮ ਖਰਾਬ ਕਰ ਰਿਹਾ, ਮੇਰੇ ਅੱਖ ਨਹੀਂ ਲੱਗ ਰਿਹਾ। ਉਹਨੇ ਇਹ ਨਾ ਭੁੱਖ ਹੜਤਾਲ ਰੱਖ ਦਿੱਤੀ ਕਿ ਮੈਂ ਜਿੰਨਾ ਚਿਰ ਇਹਨੂੰ ਬਦਲਦੇ ਨਹੀਂ, ਮੇਰੀ ਭੁੱਖ ਹੜਤਾਲ ਹੈ। ਉਹਨੇ ਟ੍ਰਾਂਸਫਰ ਅੰਮ੍ਰਿਤਸਰ ਤੋਂ ਕਰਾਉਣਾ ਉਹਦੀ ਸੀਗਾ। ਤੇ ਬਹੁਤ ਹੀ ਜ਼ਿਆਦਾ NGO ਜਿਹੜੀਆਂ ਸੀਗੀਆਂ ਉਹ ਇਹਨਾਂ ਦੇ ਹੱਕ ਦੇ ਵਿੱਚ ਆਈਆਂ ਤੇ ਕਿਹਾ ਕਿ ਇਹ ਬੰਦਾ ਸਹੀ ਹੈ, ਕਿ ਇਹਨੂੰ ਤੁਸੀਂ ਸਿਆਸੀ ਬੰਦੇ ਇਹਨੂੰ ਕਿਉਂ ਨਹੀਂ ਲਾਈਕ ਕਰਦੇ, ਕਿਉਂਕਿ ਉਹਨਾਂ ਦੀ ਉਹ ਗੱਲ ਜਿਹੜੀ ਆ ਉਹ ਮੰਨਦਾ ਨਹੀਂ। ਇਵੇਂ ਜਿਵੇਂ ਜਲੰਧਰ ਪੁਲਿਸ ਕਮਿਸ਼ਨਰ ਰਹੇ, ਉਹ ਲੁਧਿਆਣਾ ਪੁਲਿਸ ਕਮਿਸ਼ਨਰ ਰਹੇ, ਪਰ ਦੋਵਾਂ ਥਾਵਾਂ ਤੇ ਲੋਕਲ ਸਿਆਸੀ ਜਿਹੜੀਆਂ ਸ਼ਖਸੀਅਤਾਂ ਸੀਗੀਆਂ ਉਹਨਾਂ ਨੂੰ ਇਹ ਗੱਲ ਪੁੱਗਦੀ ਨਹੀਂ ਸੀਗੀ ਕਿ ਇਹ ਇੱਥੇ ਬੈਠਣ। ਉਹ ਚੁੱਭਦੀ ਸੀ ਕਿ ਸਾਡਾ ਕੰਮ ਨਹੀਂ ਕਰਦੇ, ਨਜਾਇਜ਼ ਕੰਮ ਨਹੀਂ ਹੋਣ ਦਿੰਦੇ, ਪੈਸੇ ਨਹੀਂ ਲੈਣ ਦਿੰਦੇ, ਤੇ ਉਸੋਂ ਇਹ ਬਦਲੀਆਂ ਦਾ ਦੌਰ ਜਿਹੜਾ ਉਹ ਚੱਲਦਾ ਰਿਹਾ। ਸੋ ਲੋਕ ਭਲਾਈ ਕੰਮਾਂ ਦੇ ਵਿੱਚ ਉਹਨਾਂ ਨੇ 53 ਜਿਹੜੇ ਚਾਈਲਡ ਲੇਬਰ ਦੇ ਅੰਡਰ ਬੱਚੇ ਜਿਹੜੇ 2002 ਦੇ ਵਿੱਚ ਬਚਾਏ। ਮੈਡੀਕਲ ਐਡਮਿਸ਼ਨ ਦੇ ਵਿੱਚ ਸਕੈਮ ਹੁੰਦਾ ਸੀਗਾ ਕਿ ਪੇਪਰ ਹੀ ਲੀਕ ਕਰ ਦਿੰਦੇ ਸੀ, ਜਿਹੜਾ PMT ਪੇਪਰ ਹੁੰਦਾ ਸੀਗਾ, ਉਸ ਦੇ ਵਿੱਚ ਉਹਨਾਂ ਨੇ ਉਹ ਫੜਿਆ ਸਾਰਾ ਸਕੈਮ, ਤੇ ਉਹਦੇ 'ਚ ਗੁੰਡਾਗਰਦੀ ਗੈਂਗ ਦਾ ਜਿਹੜਾ ਆਪਣਾ ਸੀਗਾ ਉਹ ਬੇਨਕਾਬ ਕੀਤਾ। 2014 'ਚ ਉਹਨਾਂ ਨੂੰ ਪ੍ਰੈਜ਼ੀਡੈਂਟ ਪੁਲਿਸ ਮੈਡਲ ਅਵਾਰਡ ਵੀ ਮਿਲਿਆ। ਤੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਫਿਰ ਉਹਨਾਂ ਦੀ ਫਾਈਨਲ ਜਿਹੜੀ ਪ੍ਰਾਪਤੀ ਸੀਗੀ ਉਹ ਬਹਿਬਲ ਕਲਾਂ ਤੇ ਕੋਟਕਪੂਰਾ ਦੀ ਪੁਲਿਸ ਫਾਇਰਿੰਗ ਦੇ ਵਿੱਚ ਉਹਨਾਂ ਨੂੰ SIT ਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹਦਾ ਇੱਕ ਵਨ ਆਫ ਦੀ ਮੈਂਬਰ ਉਹਨਾਂ ਨੇ ਐਸਟੈਬਲਿਸ਼ ਕੀਤਾ, ਉਹਨਾਂ ਨੂੰ ਬਣਾਤਾ। ਉਸ ਦੇ ਅੰਡਰ ਜਦੋਂ ਰਿਪੋਰਟ ਜਿਹੜੀ ਆ ਉਹ ਪੇਸ਼ ਹੋਈ, ਉਹ ਹਾਈ ਕੋਰਟ ਨੇ ਖਾਰਜ ਕਰਤੀ, ਜਿਨ੍ਹਾਂ ਕਰਕੇ ਇਹਨਾਂ ਦਾ ਮਨ ਜਿਹੜਾ ਉਹ ਬਹੁਤ ਖਰਾਬ ਹੋ ਗਿਆ। ਤੇ ਇਹ ਬਜਾਏ 2029 'ਚ ਲੈਣ ਦੇ ਜਿਹੜੀ ਸੀਗੀ ਰਿਟਾਇਰਮੈਂਟ, ਉਹਨਾਂ ਨੇ ਪ੍ਰੀ ਰਿਟਾਇਰਮੈਂਟ ਜਿਹੜੀ ਹੈ ਉਹ ਲੈ ਲਈ ਗੌਰਮੈਂਟ ਤੋਂ। ਹੁਣ ਨਾ ਉਹਨਾਂ ਦਾ ਪਹਿਲਾ ਪ੍ਰਚਾਰ ਸੀਗਾ ਕਿ ਮੈਂ ਐਜ਼ ਏ LLB ਜਿਹੜਾ ਹੈ, ਕਿਉਂਕਿ ਕੀਤੀ ਹੋਈ ਹੈ ਹਾਈ ਕੋਰਟ ਦਾ ਮੈਂ ਵਕੀਲ ਬਣਨਾ। ਸੋ ਫਾਈਨਲੀ ਉਹਨਾਂ ਨੇ ਇਹ ਡਿਸੀਜਨ ਜਿਹੜਾ ਉਹਨੂੰ ਚੇਂਜ ਕਰਕੇ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ ਇਹ ਸਮਝਿਆ ਕਿ ਇਹ ਕਰਪਸ਼ਨ ਫ੍ਰੀ ਹੈ, ਜੋ ਦਿੱਲੀ ਦੇ ਵਿੱਚ ਕੰਮ ਕਰ ਰਹੀ ਹੈਗੀ ਹੈ ਉਹ ਸ਼ਲਾਘਾਯੋਗ ਹੀ ਨਹੀਂ ਬਲਕਿ ਵਰਲਡ ਦੇ ਵਿੱਚ ਰਿਕੋਗਨਾਈਜ਼ਡ ਹੈ। ਸੋ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ। ਹੁਣ ਇਹਨਾਂ ਨੇ 6 ਕਿਤਾਬਾਂ ਵੀ ਲਿਖੀਆਂ। ਇਹ ਬਾਲੀਵੁੱਡ ਦੇ ਵਿੱਚ ਵੀ ਇਹ ਆਪਣਾ ਜਾਣਕਾਰੀ ਦਿੰਦੇ ਹੈਗੇ ਆ, ਉਹਨਾਂ ਚੋਂ ਵੀ ਇਹਨਾਂ ਨੂੰ ਪੈਸੇ ਆਉਂਦੇ ਆ। ਇੱਕ ਟਵੀਟ ਇਹਨਾਂ ਦੀ ਹੈ ਜਿਹੜੀ ਕਿ ਮੈਂ ਮੈਂਸ਼ਨ ਕਰਨੀ ਚਾਹੁੰਦਾ ਹੈ। ਇਹ ਕਹਿੰਦੇ ਵੀ ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਇਹ ਉਹਨਾਂ ਦਾ ਟਵੀਟ ਜਿਹੜਾ ਸੀਗਾ ਉਹ ਇਸ ਤੋਂ ਬਾਅਦ ਆਇਆ ਜਦੋਂ ਉਹਨਾਂ ਨੇ SIT ਜਿਹੜੀ ਹੈ ਉਹਦੇ ਉਲਟ ਰਿਜ਼ਾਈਨ ਕਰਕੇ ਉੱਥੋਂ
ਤੇ ਲੋਕਾਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਇਹ ਤਾਂ ਪੋਲੀਟੀਕਲ ਵੈਂਡੈਟਾ ਹੈ, ਫਲਾਨਾ ਹੈ। ਸੋ ਦੈਟਸ ਵੇਅਰ ਹੀ ਰੋਟ ਡਾਊਨ ਥੀਸ ਲਾਈਨਸ। ਗੁਰਸਿੱਖੀ 'ਚ ਪੂਰੇ ਨੇ, ਪੂਰਾ ਉਹਨਾਂ ਨੂੰ ਨੌਲੇਜ ਹੈ ਕਿਉਂਕਿ ਇੰਟੈਲੀਜੈਂਟ ਬੰਦੇ ਨੇ। ਨਾ ਹੁਣ ਇਹ ਹੋਪਫੁਲੀ ਕੋਈ ਚੇਂਜ ਆਊਗੀ ਪੰਜਾਬ ਦੇ ਵਿੱਚ। ਮੈਂ ਨਹੀਂ ਇਹ ਕਹਿੰਦਾ ਗਾ ਕਿ ਮੈਂ ਆਪਣਾ ਇਸ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰਦਾ ਜਾਂ ਉਸ ਨੂੰ ਸਪੋਰਟ ਕਰਦਾ। ਮੈਂ ਇਹੀ ਕਹਿਣਾ ਕਿ ਜੋ ਪਾਰਟੀ ਅੱਜ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ ਕਿ ਉਹ ਕਰਪਸ਼ਨ ਫਰੀ ਹੈ, ਉਹ ਹਰ ਕੋਈ ਉਹਨੂੰ ਚਾਹੁੰਦਾ। ਜੋਰਾ ਸਿੰਘ ਸੀ SIT ਦੇ ਸੀ, ਉਹਦੀ ਜਿਹੜੀ ਸੀਗੀ ਇਨਵੈਸਟੀਗੇਸ਼ਨ ਉਹਨੂੰ ਟੋਟਲੀ ਸਿੱਟੀ ਦਿੱਤਾ, ਉਹ ਵੀ ਨਾਰਾਜ਼ ਹੋ ਕੇ ਆਮ ਆਦਮੀ 'ਚ ਆਇਆ। ਇਹ ਜਿਹੜੇ ਓਨੈਸਟ ਆਫਿਸਰ ਹੈ, ਜਿਹੜੇ ਦੇ ਉੱਤੇ ਦਾਗ ਕੋਈ ਨੀਗਾ, ਇਹ ਕਿਉਂ ਚੂਜ਼ ਕਰਦੇ ਹੈਗੇ ਆ ਆਮ ਆਦਮੀ? ਤੁਸੀਂ ਐਗਜ਼ਾਮਪਲ ਆਪਣਾ ਗਾਂਧੀ ਜੀ ਦੇ ਪਟਿਆਲੇ ਦੇਖੋ, ਉਹ ਵੀ ਆਏ। ਦੇਖੋ ਇੱਕ ਗੱਲ ਮੰਨਣੀ ਪੈਣੀ ਹੈ ਕਿ ਜਿਹੜੇ ਇਹ ਆਪਣੇ ਵਿਜੇ ਪ੍ਰਤਾਪ ਕੰਵਰ ਤੇ ਨਾਲ ਜਿਹੜੇ ਗਾਂਧੀ ਜੀ, ਇਹ ਬੰਦੇ ਬੜੇ ਸੱਚੇ ਸੁੱਚੇ ਹੈ, ਪਰ ਇਹਨਾਂ ਨੂੰ ਇੱਕ ਪਾਰਟੀ 'ਚ ਕਈ ਵਾਰੀ ਕੰਮ ਕਰਨਾ ਬੜਾ ਔਖਾ ਹੋ ਜਾਂਦਾ ਹੈ। ਸੋ ਇਹਨਾਂ ਦੀ ਜਿਹੜੀ ਹੈ ਉਹ ਦੇਣ ਬਹੁਤ ਹੈ, ਪਰ ਇਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਜਿਵੇਂ ਅੱਜ ਸਵੇਰੇ ਪ੍ਰਿੰਸੀਪਲ ਬੁੱਧ ਰਾਮ ਜੀ ਕਹਿ ਰਹੇ ਸੀਗੇ, ਇਹਨਾਂ ਦੀ ਪਹਿਚਾਣ ਜਿਹੜੀ ਹੈ, ਇਹਨਾਂ ਦੀ ਜਿਹੜੀ ਗਾਹ ਵਧਣਾ, ਉਹ ਸਿਰਫ ਇੱਕ ਪਾਰਟੀ ਕਰਕੇ ਹੋਈ, ਜਿਹੜੀ ਕਿ ਆਮ ਆਦਮੀ ਪਾਰਟੀ ਕਰਕੇ ਹੋਈ। ਸੋ ਜੇ ਤਾਂ ਇਹ ਚੀਜ਼ ਸਾਹਮਣੇ ਰੱਖਣਗੇ ਤਾਂ ਬਹੁਤ ਜ਼ਿਆਦਾ ਲੋਕਾਂ ਦਾ ਭਲਾ ਕਰ ਸਕਣਗੇ ਇਨ ਲੌਂਗ ਟਰਮ। ਨਹੀਂ ਤਾਂ ਫਿਰ ਉਹ ਵਨ ਟਾਈਮ ਸ਼ੋਅ ਆ ਜਾਂਦਾ, ਜਿਵੇਂ ਧਰਮਵੀਰ ਗਾਂਧੀ ਜੀ ਨਾਲ ਹੋਇਆ, ਉਵੇਂ ਜਿਵੇਂ ਹੋਣਾ ਹੈਗਾ। ਚਾਹੇ ਉਹ ਸੱਚੇ ਸੁੱਚੇ ਆ, ਪਰ ਉਹ ਲੋਕਾਂ ਦਾ ਕੁਝ ਕਰ ਨਹੀਂ ਸਕੇਗੇ ਅਫਸੋਸ ਦੇ ਨਾਲ ਉਸ ਤੋਂ ਬਾਅਦ। ਤੇ ਮੈਂ ਇੰਨਾ ਕਹਿੰਦਾ ਹੋਇਆ ਮੈਂ ਬਸ ਕਰ। ਡਾਕਟਰ ਸਾਹਿਬ ਤੁਸੀਂ ਗੱਲ ਬਹੁਤ ਵਧੀਆ ਕੀਤੀ। ਦੇਖੋ ਇੱਕ ਹੁਣੀ ਇੱਕ ਬੜਾ ਤਕੜਾ ਐਪੀਸੋਡ ਲੰਘਿਆ ਸਾਡੇ ਮੋੜ ਦੀ ਖਹਿਰਾ, ਜਿਹਨੇ ਕਿ ਗਾਂਧੀ ਜੀ ਨੂੰ ਵੀ ਯੂਜ਼ ਕਰ ਲਿਆ, ਉਹਨਾਂ ਦੇ ਜਜ਼ਬਾਤਾਂ ਨੂੰ ਵੀ ਯੂਜ਼ ਕਰ ਲਿਆ। ਹੁਣ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇੱਕ ਰਾਜਨੀਤਿਕ ਲੋਕ ਕਿਸ ਤਰੀਕੇ ਦੇ ਨਾਲ ਇੱਕ ਜਜ਼ਬਾਤੀ ਲੋਕਾਂ ਨੂੰ ਯੂਜ਼ ਕਰਦੇ ਆ। ਇਹਨਾਂ ਨੂੰ ਥੋੜਾ ਸਿਆਣੇ ਹੋਣ ਦੀ ਲੋੜ ਆ ਕਿ ਇਹਨਾਂ ਨੂੰ ਕੰਮ ਕਰਨ ਵਾਲੇ ਬੰਦਿਆਂ ਦੇ ਪਿੱਛੇ ਲੱਗਣਾ ਚਾਹੀਦਾ, ਗੱਲਾਂ ਕਰਨ ਵਾਲਿਆਂ ਦੇ ਪਿੱਛੇ ਨਹੀਂ। ਉਹਨਾਂ ਦੇ ਭਵਿੱਖ ਦੇਖੋ ਵੀ ਉਹਨਾਂ ਲੋਕਾਂ ਨੇ ਉਹਨਾਂ ਦਾ ਪਿੱਛ ਦੇਖੋ ਪਾਸਟ ਕੀ ਰਿਹਾ ਉਹਨਾਂ ਦਾ, ਉਹਨਾਂ ਨੇ ਪਾਸਟ ਦੇ ਵਿੱਚ ਕੀ ਕੀਤਾ, ਗੱਲਾਂ ਹੀ ਕੀਤੀਆਂ ਕਿ ਕੁਝ ਕੰਮ ਵੀ ਕੀਤੇ। ਕਿਉਂਕਿ ਗੱਲਾਂ ਦੇ ਕੜਾਹ ਅਸੀਂ 70 ਸਾਲ ਤੋਂ ਖਾ ਰਹੇ ਹਾਂ, ਔਰ ਇਸੇ ਕਰਕੇ ਅਸੀਂ ਨਹੀਂ ਤਰੱਕੀ ਕਰ ਰਹੇ। ਹੁਣ ਇੱਕ ਕੰਮ ਕਰਨ ਵਾਲੀ ਪਾਰਟੀ ਨੇ ਤੁਹਾਨੂੰ ਕੰਮ ਕਰਨ ਤੇ ਇਹ ਵੀ ਕਹਿ ਦਿੱਤਾ ਕਿ ਸਾਨੂੰ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਵੋਟ ਨਾ ਪਾਇਓ। ਜੇ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਵੋਟ ਪਾਇਓ, ਜੇ ਅੱਗੇ ਤੋਂ ਕੰਮ ਨਹੀਂ ਕਰਾਂਗੇ ਸਾਨੂੰ ਵੋਟ ਨਾ ਪਾਇਓ। 5 ਸਾਲ ਬਹੁਤ ਜ਼ਿਆਦਾ ਦਿਨ ਨਹੀਂ, ਜਿੰਨੀ ਜ਼ਿਆਦਾ ਨਹੀਂ ਹੁੰਦੇ, ਪਰ ਕਿਸੇ ਇਹੋ ਜਿਹੀ ਪਾਰਟੀ ਨੂੰ ਦੇਣੇ ਤਾਂ ਆਪਣਾ ਹੀ ਫਾਇਦਾ ਹੈ। ਸੋ ਇਹ ਸੋਚਣ ਦੀ ਲੋੜ ਹੈ ਪੰਜਾਬ ਨੂੰ ਔਰ ਪੰਜਾਬੀਆਂ ਨੂੰ। ਔਰ ਮੈਂ ਤਾਂ ਵੈਲਕਮ ਕਰਾਂਗਾ ਜੀ, ਆਪਾਂ ਤਾਂ ਵੈਲਕਮ ਕਰਦੇ ਹਾਂ ਵਿਜੇ ਕੁੰਵਰ ਪ੍ਰਤਾਪ ਜੀ ਦੇ ਇਸ ਜੋ ਡਿਸੀਜ਼ਨ ਦਾ, ਕਿ ਉਹਨਾਂ ਨੇ ਇੱਕ ਇਮਾਨਦਾਰ ਪਾਰਟੀ ਨੂੰ ਚੁਣਿਆ ਔਰ ਉਹਦੇ ਨਾਲ ਜੁੜੇ ਔਰ ਪਾਵਰ ਬਣਨਗੇ ਫਿਊਚਰ ਦੇ ਵਿੱਚ, ਔਰ ਪੰਜਾਬ ਦਾ ਭਵਿੱਖ ਇੱਕ ਚੰਗੇ ਭਵਿੱਖ ਵੱਲ ਜਾਏਗਾ। ਤੋ ਇਸ ਦੇ ਨਾਲ ਫਿਰ ਡਾਕਟਰ ਸਾਹਿਬ ਆਪਣਾ ਟਾਈਮ ਵੀ ਹੋ ਗਿਆ, ਤੇ ਅੱਜ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਬਾਰੇ ਤੇ ਆਪਣੇ ਸਹਾਇਤਾ ਬਾਰੇ, ਤੇ ਦੂਸਰੀ ਜਿਹੜੀ ਸੰਸਥਾ ਸੀਗੀ ਜਿਹੜੀ ਤੁਸੀਂ ਆਤਮ ਪ੍ਰਕਾਸ਼ ਦੁਆਰੇ। ਤੁਸੀਂ ਸਰੋਤਿਓ ਇਸ ਵੈਬਸਾਈਟ ਨੂੰ ਜ਼ਰੂਰ ਚੈੱਕ ਕਰਿਓ, ਜਾਇਓ। ਔਰ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਲਈ ਬਹੁਤ ਕੁਝ ਕਰਦੇ ਹਾਂ, ਪਰ ਕਿਸੇ ਲਈ ਕਰਨ ਦਾ ਮੌਕਾ ਮਿਲੇ ਤਾਂ ਉਹਨੂੰ ਕਦੀ ਵੀ ਗਵਾਇਓ ਨਾ। ਔਰ ਕਹਿੰਦੇ ਆ, ਗੁਰੂ ਮਹਾਰਾਜ ਵੀ ਕਹਿੰਦੇ ਆ ਵੀ ਹਰ ਕਿਸੇ ਨੂੰ ਹੈਲਪ ਕਰਨੀ ਚਾਹੀਦੀ ਆ। ਆਪਣੇ 10 ਨੌਹਾਂ ਦੀ ਕਮਾਈ ਜੋ ਹੈ ਉਹ ਉਹਦੇ ਵਿੱਚੋਂ ਦਸਵੰਧ ਕੱਢਣਾ ਚਾਹੀਦਾ, ਦਸਵੰਧ ਕੱਢਣਾ ਚਾਹੀਦਾ। ਇਹ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਇੱਕ ਫੈਮਿਲੀ ਅਡਾਪਟ ਕਰੋ ਜਿਹਦੇ 'ਚ 10,000 ਰੁਪਇਆ ਤਕਰੀਬਨ ਬਣਦਾ ਮਹੀਨੇ ਦਾ। ਅਸੀਂ ਇਹ ਨਹੀਂ ਕਹਿੰਦੇ ਅਸੀਂ ਉਹ ਦਿਓ, ਅਸੀਂ ਕਹਿੰਦੇ ਚਾਹੇ $1 ਦੇ, ਚਾਹੇ $2 ਕੱਢ ਦੇ, ਜਿੰਨੀ ਕਪੈਸਿਟੀ। That's all we are asking ਕਿ ਉਸ ਆਰਗੇਨਾਈਜੇਸ਼ਨ ਨੂੰ ਤੇ ਤੁਸੀਂ $1 ਕੱਢਦੇ ਜਾਂ $2 ਕੱਢਦੇ, ਤੁਹਾਡਾ ਟੈਕਸ ਡਿਡਕਟੇਬਲ ਹੈ। ਐਟ ਦੀ ਐਂਡ ਆਫ ਦੀ ਈਅਰ ਤੁਸੀਂ ਟੈਕਸ ਡਿਡਕਟ ਕਰ ਸਕਦੇ ਆ ਸਹਾਇਤਾ ਰਾਹੀਂ ਜਾ ਕੇ। ਤੇ ਜੇ ਤੁਸੀਂ ਇੰਡੀਆ 'ਚ ਬੈਠੇ ਆ ਤਾਂ ਤੁਸੀਂ ਆਤਮ ਪ੍ਰਕਾਸ਼ ਰਾਹੀਂ ਤੁਸੀਂ ਉਹਨਾਂ ਦੀ ਯੂਜ਼ ਕਰ ਸਕਦੇ ਆ ਟੈਕਸ ਬੈਨੀਫਿਟ। ਜੀ ਨਾਲੇ ਪਾਰਦਰਸ਼ੀ ਪੂਰੀ ਆ ਜੀ, ਤੁਸੀਂ ਉਸ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ, ਪੂਰੀ ਟਰਾਂਸਪੇਰੈਂਸੀ ਆ। ਤੁਸੀਂ ਪਾਰਦਰਸ਼ੀ ਵਿੱਚ ਲਿਖਿਆ ਹੋਇਆ ਉਹਨਾਂ ਨੇ ਪੂਰਾ ਕਿੱਥੇ ਪੈਸਾ ਜਾ ਰਿਹਾ, ਕਿਹਨੂੰ ਚਾਹੀਦਾ, ਤੁਸੀਂ ਆਪ ਉਹਦੀ ਆਈਡੈਂਟੀਫਿਕੇਸ਼ਨ ਕਰ ਸਕਦੇ ਆ ਔਰ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਆ। ਸੋ ਇਹਦੇ ਨਾਲ ਹੀ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਰਾਮ ਦਿੰਦੇ ਆ। ਫਿਰ ਡਾਕਟਰ ਸਾਹਿਬ ਆਪਾਂ ਕਦੀ ਅੱਗੇ ਸਾਨੂੰ ਮੌਕਾ ਮਿਲਿਆ ਤੇ ਤੁਹਾਡੇ ਨਾਲ ਫਿਰ ਰਾਬਤਾ ਕਾਇਮ ਕਰਾਂਗੇ, ਸਾਨੂੰ ਮੌਕਾ ਦਿਓ, ਆਪਾਂ ਹੋਰ ਗੱਲਬਾਤ ਕਰਾਂਗੇ। ਸੋ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਮਰਜੀਤ ਸਿੰਘ ਸਕਰਾਮੈਂਟੋ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅਮਰਜੀਤ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਮਿਹਰਬਾਨੀ।